G20 ਜਿਹੜਾ ਸਬਮਿਟ ਹੋਇਆ ਇਹਦੇ 'ਚ ਮੇਨ ਗੱਲ ਇਹ ਰਹੀ ਹੈ ਕਿ ਜਿਹੜਾ ਇੰਡੀਆ ਨੂੰ ਪ੍ਰੈਜ਼ੈਂਟ ਕੀਤਾ ਗਿਆ ਐਜ਼ ਅ ਡਿਜੀਟਲ ਇੰਡੀਆ। ਛੋਟੀ ਤੋਂ ਛੋਟੀ ਕਰਿਆਨਾ ਦੀ ਦੁਕਾਨ, ਚਾਹੇ ਤੁਸੀਂ ਮੋਚੀ ਕੋਲੇ ਚਲੇ ਜਾਓ, ਮਤਲਬ ਇੰਨੀ ਗੋਲ ਗੱਪੇ ਖਾ ਲਓ, ਉੱਥੇ ਬੜੀ ਈਜ਼ੀਲੀ ਟ੍ਰਾਂਜੈਕਸ਼ਨ ਗੂਗਲ ਪੇ ਤੇ ਹੋ ਰਹੀਆਂ ਸੀਗੀਆਂ। ਜਦੋਂ 2000 ਦਾ ਨੋਟ ਬੰਦ ਹੋਇਆ ਸੀ ਤਾਂ ਮੇਨ ਇਹੀ ਸੀਗਾ ਕਿ ਡਿਜੀਟਲ ਕਰਨਾ, ਇਹਦਾ ਮੋਦੀ ਦਾ ਮੈਨੂੰ ਲੱਗਦਾ ਪਹਿਲਾਂ ਤੋਂ ਹੀ ਮਕਸਦ ਜਿਹਾ ਸੀ। ਜੇ ਇੰਡੀਆ ਦੇ ਬੈਸਟ ਡਾਕਟਰ, ਬੈਸਟ ਇੰਜੀਨੀਅਰ ਜਾ ਕੇ ਉਹ ਦੇਸ਼ਾਂ 'ਚ ਉਹ ਕਿਉਂ ਨਹੀਂ ਕਰ ਪਾ ਰਹੇ ਜੋ ਇੰਡੀਆ ਦੇ ਵਿੱਚ ਕਰ ਪਾ ਰਿਹਾ? ਜਦੋਂ ਰਿਸਰਚ 'ਚ ਡੈਪਥ ਆ ਜਾਂਦੀ ਆ, ਜੁਡੀਸ਼ੀਅਲ ਸਿਸਟਮ ਸਟਰੋਂਗ ਹੋ ਜਾਂਦਾ, ਉਦੋਂ ਇਹ ਕੰਪਨੀਆਂ ਨੂੰ ਇਸ ਲੈਵਲ ਦੀ ਐਕਸਪੈਂਸ਼ਨਾਂ ਕਰਨੀਆਂ ਬੜੀਆਂ ਔਖੀਆਂ ਲੱਗਦੀਆਂ ਨੇ। ਸਿਟੀ ਕੱਢ ਲਓ ਦੁਨੀਆ ਦੇ, ਹਨਾ, ਪੋਲਿਊਟਡ ਇੰਡੀਆ ਉਹਦੇ 'ਚ ਹੋਰ ਵੀ ਵੱਧ ਗਿਆ ਜ਼ਿਆਦਾ। ਤਸਵੀਰ ਗੋਲ ਗੱਪੇ ਵਾਲਿਆਂ ਦੀ ਕਰਪਸ਼ਨ ਨਹੀਂ ਹੁੰਦੀ ਸੀ ਆਪਣੇ ਅੱਜ ਤੱਕ ਆਪਣੀ ਜਿਹੜੀ ਕਰਪਸ਼ਨ ਹੋਈ ਆ, ਉਹ ਕਰਪਸ਼ਨ ਹੋਈ ਆ ਲੈਂਡ ਖਰੀਦਣ ਦੇ ਵਿੱਚ। ਸਭ ਨੂੰ ਪਤਾ ਜੀ, ਕਰੋੜ ਦੀ ਕੋਠੀ ਆ, ਰਜਿਸਟਰੀ 20 ਲੱਖ ਦੀ ਰਜਿਸਟਰੀ ਹੁੰਦੀ ਆ, ਸਭ ਨੂੰ ਪਤਾ। ਅੱਜ ਦਾ ਟੌਪਿਕ ਆਪਣਾ ਥੋੜਾ ਪ੍ਰਾਊਡ ਮੂਮੈਂਟਸ ਵਾਲਾ ਹੈ ਕਿ ਆਪਾਂ ਰੀਸੈਂਟਲੀ ਨਿਊਜ਼ ਤਾਂ ਵੈਸੇ ਮੋਂਜੀ ਤੂੰ ਤੇ ਮੈਂ ਤਾਂ ਘੱਟ ਹੀ ਦੇਖਦੇ ਹਾਂ, ਸ਼ਮੀ ਦੀ ਥੋੜੇ ਆਪਣੇ ਜ਼ਿਆਦਾ ਨਿਊਜ਼ ਨਾਲ ਇੰਪੈਕਟਡ ਰਹਿੰਦੇ ਨੇ ਤੇ ਇੰਸਪਾਇਰਡ ਰਹਿੰਦੇ ਨੇ ਨਿਊਜ਼ ਦੇਖਣ 'ਚ। ਪਰ ਜੋ ਮੈਨੂੰ ਉੜਦੀ ਇੱਧਰੋਂ ਸੋਸ਼ਲ ਮੀਡੀਆ ਤੋਂ ਜਾਂ ਖਬਰਾਂ ਮਿਲ ਰਹੀਆਂ ਨੇ ਕਿ ਆਪਣੇ ਇੰਡੀਆ 'ਚ ਨਾ ਕੌਨਫੀਡੈਂਸ ਬਹੁਤ ਹਾਈ ਹੋਇਆ ਅੱਜ ਕੱਲ੍ਹ ਆਪਣੇ ਉੱਥੇ ਦੇ ਵਾਸੀਆਂ ਦਾ, ਕਿ ਇੰਡੀਆ ਜਿਹੜੀ ਹੈਗੀ ਹੈ ਉਹ ਬੜੀ ਉੱਭਰ ਕੇ ਇਕੋਨਮੀ ਆ ਰਹੀ ਹੈ ਤੇ ਸੁਪਰ ਪਾਵਰ ਬਣਨ ਦੇ ਰਸਤੇ 'ਤੇ ਹੈ। ਤੇ ਉਹਦਾ ਇੱਕ ਰੀਸੈਂਟ ਇੱਕ ਵੀਡੀਓ ਜੀ ਮੈਂ ਵੀ ਦੇਖੀ ਸੀਗੀ ਇਹਦੇ 'ਤੇ ਨੈੱਟ 'ਤੇ, ਜਿਹਦੇ 'ਚ ਕਿ ਨਾ G20 ਜਿਹੜਾ ਸਬਮਿਟ ਹੋਇਆ ਇਹ 'ਚ ਮੇਨ ਗੱਲ ਇਹ ਰਹੀ ਹੈ ਕਿ ਜਿਹੜਾ ਇੰਡੀਆ ਨੂੰ ਪ੍ਰੈਜ਼ੈਂਟ ਕੀਤਾ ਗਿਆ ਐਜ਼ ਅ ਡਿਜੀਟਲ ਇੰਡੀਆ। ਤੇ ਇਹ ਨਾ ਮਤਲਬ ਆਪਾਂ ਬਹੁਤ ਸਾਰੀ ਚੀਜ਼ਾਂ ਕਹਿ ਦਿੰਦੇ ਹਾਂ ਕਿ ਪੋਲੀਟੀਕਲੀ ਮੋਟੀਵੇਟਿਡ ਹੁੰਦੀਆਂ ਨੇ, ਵੀ ਇਹ ਇਲੈਕਸ਼ਨਾਂ ਕਰਕੇ ਹੁੰਦਾ ਹੈ ਜਾਂ ਵਟਐਵਰ ਦਿਖਾਵਾ ਹੁੰਦਾ ਹੈ, ਪਰ ਗਰਾਊਂਡ ਲੈਵਲ ਦੀ ਰਿਐਲਿਟੀ ਜੋ ਮੈਨੂੰ ਫੀਲ ਹੋਈ ਸੀ, ਮਤਲਬ ਜੋ ਆਪਾਂ ਖੁਦ ਫੀਲ ਕਰਦੇ ਹਾਂ, ਜਿਵੇਂ ਲਾਸਟ ਟਾਈਮ ਜਦ ਮੈਂ ਇੰਡੀਆ ਆਈ ਸੀਗੀ ਮੈਂ ਵੀ ਬਹੁਤ ਹੈਰਾਨ ਹੋਈ ਸੀ ਤੁਹਾਡਾ ਇਹ ਗੂਗਲ ਪੇ ਵਗੈਰਾ ਦੀ ਆਪਸ਼ਨਸ ਦੇਖ ਕੇ। ਮਤਲਬ ਹਰ ਛੋਟੀ ਦੁਕਾਨ ਦੇ ਉੱਤੇ, ਛੋਟੀ ਤੋਂ ਛੋਟੀ ਕਰਿਆਨਾ ਦੀ ਦੁਕਾਨ, ਚਾਹੇ ਤੁਸੀਂ ਮੋਚੀ ਕੋਲੇ ਚਲੇ ਜਾਓ, ਮਤਲਬ ਇੰਨੀ ਗੋਲ ਗੱਪੇ ਖਾ ਲਓ, ਉੱਥੇ ਬੜੀ ਈਜ਼ੀਲੀ ਟ੍ਰਾਂਜੈਕਸ਼ਨ ਗੂਗਲ ਪੇ ਤੇ ਹੋ ਰਹੀਆਂ ਸੀਗੀਆਂ ਹਰੇਕ ਜਗ੍ਹਾ ਤੇ, ਹੈ ਨਾ। ਤੇ ਇਹ ਸਾਡੇ ਇੱਥੇ ਵੈਸਟਰਨ ਵਰਲਡ ਦੇ ਵਿੱਚ ਨਹੀਂ ਹੁੰਦਾ ਇਸ ਤਰੀਕੇ ਨਾਲ। ਹਜੇ ਅਸੀਂ ਵੀ ਇੱਥੇ ਆਪਣੀ ਉਹ ਫੋਨ ਕੱਢਦੇ ਆ, ਐਪਲ ਦੇ ਥਰੂ ਪੇ ਕਰਦੇ ਆ, ਉਹ ਵੀ ਦੁਕਾਨਾਂ ਹੁੰਦੀਆਂ ਨੇ, ਦੁਕਾਨਾਂ ਤੇ ਜਾ ਕੇ ਪ੍ਰੋਪਰ ਵੱਡੀਆਂ ਸ਼ਾਪਸ ਹੁੰਦੀਆਂ ਨੇ ਜਿਨ੍ਹਾਂ ਕੋਲ ਕੀ ਇਨਫਰਾਸਟ੍ਰਕਚਰ ਹੁੰਦਾ ਹੈ। ਜਦਕਿ ਆਪਣੇ ਉੱਥੇ ਰੇਹੜੀ ਵਾਲੇ ਲੋਕ ਵੀ ਜਿਹੜੇ ਦੁੱਧ ਵੀ ਵੇਚਦੇ ਨੇ ਉਹ ਵੀ ਆਪਣਾ ਹੈ ਚੱਕੀ ਫਿਰਦੇ ਨੇ, ਸਾਰੀ ਜਿਹੜੀ ਆ UPI ਕੀ ਕਹਿੰਦੇ ਹੋ ਤੁਸੀਂ, ਮੈਨੂੰ ਤਾਂ ਇਹਦਾ ਨਾਮ ਵੀ ਨਹੀਂ ਪਤਾ ਕੀ ਨਹੀਂ ਹੈਗੇ। ਤੇ ਮੈਨੂੰ ਲੱਗਿਆ ਸੀ, ਫੀਲ ਹੋਇਆ ਸੀ ਉੱਥੇ ਆ ਕੇ ਕਿ ਇੰਡੀਆ ਚੇਂਜ ਹੋ ਗਿਆ, ਮਤਲਬ ਕਿ ਇਹ ਨਾ ਗਰਾਊਂਡ ਲੈਵਲ ਤੇ ਰਿਐਲਿਟੀ। ਸਮਝੀ ਤੈਨੂੰ ਵੀ ਹੋਇਆ ਹੋਣਾ ਹੈ ਨਾ? ਹਾਂ ਇਸ ਚੀਜ਼ ਨੂੰ ਤਾਂ ਲੈ ਕੇ ਹੋਇਆ ਮੈਨੂੰ ਵੀ ਸਭ ਕੁਝ ਕਾਫੀ ਡਿਜੀਟਲ ਜੇ ਹੋ ਗਿਆ, ਹਨਾ। ਤੇ ਮਤਲਬ ਹੋਰ ਕੁਝ ਭਾਵਾਂ ਦੀ ਮੋਦੀ ਗਵਰਨਮੈਂਟ ਹਰੇਕ ਚੀਜ਼ 'ਚ ਆਪਣੇ ਆਪ ਲੈ ਜਾਂਦੀ ਹੋਵੇ ਕਿ ਅਸੀਂ ਬਹੁਤ ਕੁਝ ਕਰ ਲਿਆ ਜੀ, ਰਾਈ ਦੇ ਪਹਾੜ ਬਣਾਉਂਦੀ ਹੋਵੇ, ਜੋ ਮਰਜ਼ੀ ਕਰਦੀ ਹੋਵੇ, ਪਰ ਇਹ ਚੀਜ਼ ਤਾਂ ਰਿਐਲਿਟੀ ਹੈ। ਇਹ 'ਚ ਤਾਂ ਮੈਂ ਵੀ ਇਹਨਾਂ ਨੂੰ ਕਹੂੰਗੀ ਕਿ ਹਾਂ ਹੋਇਆ ਹੈ। ਉਹ ਹੁਣ ਗਵਰਨਮੈਂਟ ਕਰਕੇ ਹੋਇਆ ਕਿ ਨਹੀਂ ਹੋਇਆ ਜਾਂ ਕਿਸੇ ਹੋਰ ਤਰੀਕੇ ਨਾਲ ਹੋਇਆ, ਉਹਦੀ ਬੈਕਗਰਾਊਂਡ ਮੈਨੂੰ ਪਤਾ ਨਹੀਂ ਹੈਗੀ, ਪਰ ਇੰਡੀਆ ਡਿਜੀਟਲ ਟਰਾਂਸਫੋਰਮੇਸ਼ਨ ਜਿਹਨੂੰ ਕਹਿੰਦੇ ਆ, ਇੰਡੀਆ 'ਚ ਬਹੁਤ ਜ਼ਬਰਦਸਤ ਆਈ ਹੈ। ਤੇ ਉਹ ਉੱਭਰ ਕੇ ਐਜ਼ ਅ ਵਰਲਡ ਪਾਵਰ ਤਾਂ ਇਸ ਏਰੀਆ ਦੇ ਵਿੱਚ ਆ ਹੀ ਰਿਹਾ ਸਾਹਮਣੇ। ਹੁਣ ਸੁਣਾਓ ਮੋਂਜੀ ਜੀ, ਤੁਸੀਂ ਆਪਣੇ ਖਿਆਲਾਤ ਵੀ ਜ਼ਰਾ ਥੋੜੇ ਸ਼ੇਅਰ ਕਰੋ। ਸ਼ਮਦੀ ਇਹ ਤੋਂ ਪਹਿਲਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂ, ਮੈਂ ਕਹਿੰਦੀ ਸੀ ਕਿ ਐਕਚੁਅਲੀ ਜਦੋਂ 2000 ਦਾ ਨੋਟ ਬੰਦ ਹੋਇਆ ਸੀ ਤਾਂ ਮੇਨ ਇਹੀ ਸੀਗਾ ਕਿ ਡਿਜੀਟਲ ਕਰਨਾ, ਇਹਦਾ ਮੋਦੀ ਦਾ ਮੈਨੂੰ ਲੱਗਦਾ ਪਹਿਲਾਂ ਤੋਂ ਹੀ ਮਕਸਦ ਜਿਹਾ ਸੀਗਾ ਕਿ ਵੀ ਕਰਪਸ਼ਨ ਖਤਮ ਆਈ ਹੋਣੀ ਆ ਉਹਦੇ ਦਿਮਾਗ 'ਚ, ਸ਼ਾਇਦ ਮੈਨੂੰ ਐਂ ਲੱਗਦਾ ਸਿੱਧਾ ਅਕਾਊਂਟ ਟੂ ਅਕਾਊਂਟ ਟ੍ਰਾਂਜੈਕਸ਼ਨਸ ਹੋਣਗੀਆਂ ਸਿੱਧੀਆਂ, ਵਿੱਚ ਨਹੀਂ ਆਉਣਗੇ ਵੈਸੇ। ਵੀ ਉਹਨੂੰ ਇਹ ਲੱਗਦਾ ਸੀ ਕਿ ਬਹੁਤ ਪੈਸਾ ਜਿਹੜਾ ਕਿ 2 ਨੰਬਰ 'ਚ ਜਿਵੇਂ ਪਿਆ ਰਹਿੰਦਾ, ਬਲੈਕ ਮਨੀ ਹੁੰਦੀ ਆ, ਤੇ ਉਹ ਸਾਰਾ ਕੁਝ ਵੀ ਇੰਡੀਆ ਕੋਲ ਉਹਨੂੰ ਲੱਗਦਾ ਸੀ ਪੈਸਾ ਤਾਂ ਬਹੁਤ ਆ ਲੋਕਾਂ ਕੋਲ, ਪਰ ਪੂਰੇ ਨੂੰ ਨਹੀਂ ਆ ਰਿਹਾ ਹੈਗਾ। ਤਾਂ ਆਈ ਥਿੰਕ ਉਹ ਸਪੈਸ਼ਲ ਪਰਪਸਲੀ ਵਿਜ਼ਿਬਿਲਟੀ ਨਹੀਂ ਸੀਗੀ, ਕੀਤਾ ਗਿਆ ਕਾਫੀ ਸਾਲਾਂ ਤੋਂ, ਵਿਜ਼ਿਬਿਲਟੀ ਨਹੀਂ ਸੀ ਉਹ ਪੈਸੇ ਦੀ, ਤੇ ਉਹ ਲੋਕ ਦੱਬ ਕੇ ਬੈਠੇ ਰਹਿੰਦੇ ਸੀਗੇ। ਤੇ ਪਲੱਸ ਜਦੋਂ ਉਤੋਂ ਗਵਰਨਮੈਂਟ ਕੋਈ ਵੀ ਰਿਲੀਜ਼ ਕਰਦੀ ਸੀ ਫੰਡਸ ਵਿੱਚ, ਕਰਪਸ਼ਨ ਦੇ ਰੀਜ਼ਨ ਦੇ ਕਰਕੇ ਉਹ ਐਂਡ ਵਾਲੇ ਬੰਦੇ ਕੋਲੇ ਪਹੁੰਚਦੇ ਨਹੀਂ ਹੁੰਦੇ ਸੀਗੇ। ਮੁੰਜ ਦੀ ਪੋਸਟਾਂ ਦੇਖੀਆਂ ਨੇ ਉਹਨੇ, ਬਿਜਲੀ ਦਾ ਬਿੱਲ $7 ਪਤਾ ਨਹੀਂ 7 ਰੁਪਏ ਮਾਫ, ਵਟਐਵਰ, ਤੂੰ 7 ਰੁਪਏ ਦਾ ਬਿੱਲ ਆਇਆ ਹੋਇਆ, ਜੋ ਵੀ ਉਹਨੂੰ ਡਿਸਕਾਊਂਟ ਮਿਲਿਆ ਹੋਇਆ ਗਵਰਨਮੈਂਟ ਵੱਲੋਂ, ਉਹ ਵੀ ਅਸੀਂ ਕਾਫੀ ਪੋਸਟਾਂ ਦੇਖੀਆਂ। ਪਰ ਮਿਲਦਾ ਤਾਂ ਹੈ ਨਾ, ਭਾਵੇਂ ਦੀ ਤੁਹਾਨੂੰ 10 ਰੁਪਏ 12 ਰੁਪਏ ਮਿਲਣ, ਪਰ ਮਿਲਦੇ ਤਾਂ ਹੈਗੇ ਨੇ ਨਾ। ਤੇ ਹੁਣ ਜੀ ਦੱਸੋ ਮੋਂਜੀ ਦੀ ਤੁਹਾਡਾ ਕੀ ਇਹਦੇ 'ਚ ਕਹਿਣਾ ਹੈ?
ਨਹੀਂ ਇਹ ਦੇਖੋ ਇਹ ਨਾ ਇਹ ਜਿਹੜੀ ਗੱਲਾਂ ਨੇ ਨਾ ਇਹ ਤੁਹਾਨੂੰ ਕੁਝ ਹੋਰ ਲੈਵਲ ਤੇ ਸੋਚਣੀਆਂ ਪੈਣਗੀਆਂ। ਇੱਕ ਤਾਂ ਆਪਾਂ ਦੇਖੋ ਦੋ ਹਰ ਟਾਈਪ ਦੇ ਨਾ ਮਤਲਬ ਮੈਂ ਕਹਿੰਦਾ ਕਿ ਦੋ ਟਾਈਪ ਦੀ ਡਿਵੈਲਪਮੈਂਟਸ ਨੇ। ਇੱਕ ਤਾਂ ਡਿਵੈਲਪਮੈਂਟ ਹੈਗੀ ਆ ਕਿ ਜਿਹੜੀ ਆਪਾਂ ਅੱਜ ਦੀ ਡੇਟ 'ਚ ਕਹਿ ਰਹੇ ਹਾਂ ਕਿ ਸਾਡੀ ਲਾਈਫ ਈਜ਼ੀ ਕਰਨ ਵਾਲਾ ਕੁਝ ਵੀ ਹੋ ਰਿਹਾ ਹੋਵੇ। ਠੀਕ ਆ, ਮੈਂ ਖੁਦ ਇਸ ਟਾਈਮ ਜਦੋਂ ਵੀ ਜਾਣਾ ਤਾਂ ਅਸੀਂ ਡਿਜੀਟਲ ਪੇਮੈਂਟਸ ਕਰ ਦਿੰਦੇ ਆ ਤੇ ਫੋਨ ਦੇ ਥਰੂ ਪੇਮੈਂਟਸ ਅਸੀਂ ਕਰ ਦਿੰਦੇ ਆ। ਪਰ ਮੈਂ ਕਹਿ ਰਿਹਾ ਕਿ ਇਹ ਸਾਰੀ ਚੀਜ਼ਾਂ ਦਾ ਫਾਇਦਾ ਕੀ ਸੀਗਾ ਕਿ ਤੁਹਾਡਾ ਟਾਈਮ ਦੀ ਬਚਤ ਵਾਸਤੇ ਹੋ ਰਿਹਾ ਸਾਰਾ ਕੁਝ। ਫੋਨ ਵੀ ਤੁਸੀਂ ਟਾਈਮ ਦੀ ਬਚਤ ਵਾਸਤੇ ਯੂਜ਼ ਕਰ ਰਹੇ ਹੋ ਨਾ, ਆਨਲਾਈਨ ਸਭ ਕੁਝ ਟਾਈਮ ਦੀ ਬਚਤ ਵਾਸਤੇ ਯੂਜ਼ ਕਰ ਰਹੇ ਹੋ ਤਾਂ ਪਰ ਟਾਈਮ ਕਿਉਂ ਨਹੀਂ ਬਚ ਰਿਹਾ ਫਿਰ ਐਂਡ 'ਚ? ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਆ ਕਿ ਕਿਉਂਕਿ ਲੋਕਾਂ ਨੂੰ ਨਾ ਟਾਈਮ ਬਚਾਉਣਾ ਨਹੀਂ ਹੈਗਾ, ਉਹਨਾਂ ਨੂੰ ਉਹੀ ਟਾਈਮ ਯੂਜ਼ ਕਰਕੇ ਹੋਰ ਪੈਸਾ ਕਮਾਉਣਾ ਹੈ, ਉਹ ਅਲੱਗ ਸੋਚ ਹੈ। ਜਿਵੇਂ ਕਿ ਆਪਾਂ ਜਿਹੜੀ ਮੈਂ ਤੈਨੂੰ ਵੀਡੀਓ ਵੀ ਹੁਣੀ ਸ਼ੇਅਰ ਕੀਤੀ ਸੀਗੀ ਇਹਦੀ ਕਿ ਡਿਜੀਟਲ ਇੰਡੀਆ ਦੇ ਉੱਤੇ ਜਿਹੜੀ ਇੱਕ ਛੋਟੀ ਜਿਹੀ ਇੰਟਰਵਿਊ ਹੈ, ਉਹਦੇ 'ਚ ਇਹ ਹੈ ਵੀ ਜਿਹੜਾ ਫੋਰ ਐਗਜ਼ਾਮਪਲ ਗੋਲ ਗੱਪੇ ਵਾਲਾ ਕੀ ਕਹਿੰਦਾ ਸੀ ਕਿ ਪਹਿਲਾਂ ਜੀ ਜਦ ਮੈਂ ਗੋਲ ਗੱਪੇ ਖਿਲਾਉਂਦਾ ਸੀ ਕਿਸੇ ਨੂੰ ਤਾਂ ਮੇਰੇ 2 ਮਿੰਟ ਵੇਸਟ ਹੁੰਦੇ ਸੀ ਉਹ ਤੋਂ ਪੈਸੇ ਲੈਣ 'ਚ, ਕਿ ਉਹ ਤੋਂ ਮੈਂ ਪੈਸੇ ਫੜਦਾ ਸੀ, ਫਿਰ ਉਹ ਮੈਂ ਭਾਨ ਮੋੜ ਕੇ ਦਿੰਦਾ ਹੁੰਦਾ ਸੀਗਾ। ਕਹਿੰਦੇ ਹੁਣ ਮੈਂ ਨਾਲ ਦੀ ਨਾਲ ਕੰਮ ਕਰੀ ਜਾਂਦਾ ਹੈ, ਜਿਹੜੇ ਮੈਂ 1 ਘੰਟੇ 'ਚ 10 ਬੰਦਿਆਂ ਨੂੰ ਗੋਲ ਗੱਪੇ ਖਿਲਾਉਂਦਾ ਸੀ ਕਿਉਂਕਿ ਮੈਂ ਹਰੇਕ ਕੋ 2-2 ਮਿੰਟ ਸੇਵ ਕਰ ਰਿਹਾ ਪੈਸੇ ਫੜਨ ਦੇ, ਕਿਉਂਕਿ ਮੈਨੂੰ ਡਿਜੀਟਲ 'ਚ ਪੈਸੇ ਆ ਰਹੇ ਨੇ, ਇਸ ਕਰਕੇ ਮੈਂ 10 ਦੀ ਜਗ੍ਹਾ ਤੇ 13 ਲੋਕਾਂ ਨੂੰ ਖਵਾ ਪਾ ਰਿਹਾ ਤੇ ਮੈਂ 3 ਬੰਦੇ ਹੋਰ ਐਕਸਟਰਾ ਖਵਾ ਪਾ ਰਿਹਾ ਘੰਟੇ ਦੇ ਅੰਦਰ, ਤਾਂ ਪ੍ਰੋਡਕਟਿਵਿਟੀ ਵੱਧ ਗਈ ਉਹਦੀ ਬੇਸਿਕਲੀ, ਹੈਨਾ। ਇਹ ਦੇਖ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ, ਇਹ 'ਚ ਨਾ ਮੈਂ ਉਹੀ ਕਹਿ ਰਿਹਾ ਨਾ ਮਾਨਸਿਕ ਸੋਚ ਡਿਫਰੈਂਟ ਹੈ ਬੇਸਿਕਲੀ, ਆਪਾਂ ਇਹ ਕਹਿ ਲਈਏ। ਮੈਂ ਉਹੀ ਕਹਿ ਰਿਹਾ ਨਾ, ਹੁਣ ਉਹ 10 ਦੀ ਜਗ੍ਹਾ 13 ਸਮੋਸੇ ਖਵਾਉਣ ਲੱਗ ਗਿਆ, 13 ਗੋਲ ਗੱਪੇ ਖਵਾਉਣ ਲੱਗ ਗਿਆ। ਠੀਕ ਆ, ਕੀ ਹੁਣ ਬੰਦਾ ਇਹ ਦੇਖੂਗਾ ਕਿ ਪਾਕਿਸਤਾਨ 'ਚ ਕਿੰਨੇ ਦੇ ਗੋਲ ਗੱਪੇ ਖਵਾ ਰਹੇ ਨੇ ਕਿ ਇੰਡੀਆ 'ਚ ਕਿੰਨੇ ਦੇ ਗੋਲ ਗੱਪੇ ਖਵਾ ਰਹੇ ਨੇ? ਭਾਈ ਉਹਦਾ ਗੁਆਂਢੀ ਵੀ 13 ਖਵਾਉਣ ਲੱਗ ਗਿਆ, ਸਮਝ ਰਹੇ ਹੋ? ਠੀਕ ਆ ਨਾ, ਤੇ ਜਦ ਸਾਰਿਆਂ ਦੇ 13 ਖਵਾਉਣ ਲੱਗ ਗਏ ਤਾਂ ਲੈ ਦੇ ਕੇ ਗੱਲ ਉੱਥੇ ਫੇਰ ਆ ਗਈ ਆ। ਇਹ ਜਿਹੜੀ ਉਹਨੂੰ ਐਜ ਮਿਲਿਆ ਸੀ, ਉਹ ਐਜ ਮਿਲਿਆ ਸੀ ਫॉर ਉਦੋਂ ਤੱਕ ਜਦੋਂ ਤੱਕ ਉਸ ਦਾ ਕੰਪੀਟੀਟਰ ਨਹੀਂ ਕਰ ਰਿਹਾ ਸੀ, ਇਹ ਕਰ ਰਿਹਾ ਸੀਗਾ, ਹਨਾ। ਤਾਂ ਪਰ ਆਪਾਂ ਨੂੰ ਇਦਾਂ ਨਹੀਂ ਨਾ ਦੇਖਣਾ ਚਾਹੀਦਾ, ਪ੍ਰੋਡਕਟਿਵਿਟੀ ਦੇਖਣੀ ਚਾਹੀਦੀ ਹੈ ਵੀ ਉਹਦਾ ਟਾਈਮ ਵੇਸਟ ਨਹੀਂ ਹੋਇਆ ਹੈ। ਉਹੀ ਤਾਂ ਕਹਿ ਰਿਹਾ, ਪ੍ਰੋਡਕਟਿਵਿਟੀ ਕਿੱਥੇ ਹੈ ਇਹਦੇ 'ਚ? ਜਦੋਂ ਉਸ ਨੇ 13 ਕਰਤੇ ਤਾਂ ਦੂਸਰੇ ਨੇ ਵੀ 13 ਕਰਤੇ, ਠੀਕ ਆ, ਤਾਂ ਲੈ ਦੇ ਕੇ ਫਿਰ ਜਾਂ ਤਾਂ ਉਹ ਮਹਿੰਗਾਈ ਵੱਧ ਗਈ ਉੱਥੇ ਹੀ, ਕਿਉਂਕਿ ਕੰਪੀਟੀਸ਼ਨ ਤਾਂ ਉੱਥੇ ਹੀ ਆ ਗਿਆ ਦੁਬਾਰਾ ਤੋਂ। ਜਿੰਨਾ ਟਾਈਮ ਸਿਰਫ ਇਹ ਸਾਰੇ ਸਿਸਟਮ 'ਚ ਕੀ ਹੁੰਦਾ, ਜਿੰਨਾ ਟਾਈਮ ਤੁਹਾਡੇ ਕੋਲ ਕੋਈ ਐਜ ਹੁੰਦਾ ਆਪਣੇ ਕੰਪੀਟੀਟਰ ਦੇ ਅਗੇਂਸਟ, ਬਸ ਠੀਕ ਆ, ਉਹਨਾਂ ਟਾਈਮ ਦਾ ਜਿਹੜਾ ਡਿਫਰੈਂਸ ਹੁੰਦਾ ਉਹੀ ਤੁਹਾਡੀ ਪ੍ਰੋਡਕਟਿਵਿਟੀ ਹੁੰਦੀ ਆ। ਜਦੋਂ ਨਾਰਮਲ ਚਿੱਠੀਆਂ ਚੱਲ ਰਹੀਆਂ ਸੀ, ਜਦੋਂ ਈਮੇਲ ਆਈ, ਠੀਕ ਹੈ ਨਾ, ਜਿਹੜੇ ਲੋਕਾਂ ਨੇ ਈਮੇਲਾਂ ਵਰਤੀਆਂ ਉਹ ਨਾਰਮਲ ਚਿੱਠੀਆਂ ਵਾਲਿਆਂ ਤੋਂ ਮੂਹਰੇ ਨਿਕਲ ਗਏ ਉਹਨਾਂ ਟਾਈਮ ਬਸ ਹੈ। ਪਰ ਜਦੋਂ ਸਾਰਾ ਨੇਸ਼ਨ ਇੱਕੋ ਜਿਹਾ ਹੋ ਜਾਂਦਾ ਤੇ ਪਹਿਲੀ ਗੱਲ ਤਾਂ ਮੈਨੂੰ ਇਹ ਵੀ ਲੱਗ ਰਿਹਾ ਕਿ ਇਸ ਟਾਈਪ ਦੀ ਇਹ ਤਾਂ ਚਤੁਰਾਈਆਂ ਨੇ ਇੱਕ ਤਰੀਕੇ ਦੀਆਂ, ਇੱਕ ਨਾ ਛੋਟੇ ਬੈਨੀਫਿਟਸ ਨੇ ਜਿਹਦੇ ਥਰੂ ਤੁਹਾਨੂੰ ਲੱਗਦਾ ਕਿ ਅਸੀਂ ਗਰੋ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਕਿਉਂਕਿ ਤੁਸੀਂ ਓਵਰਆਲ ਤੁਸੀਂ ਆਪਣਾ ਸਿਸਟਮ ਇਸ ਤਰ੍ਹਾਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਐਂਡ 'ਚ। ਨਹੀਂ, ਇਹ ਚਾਈਨਾ ਦਾ ਮਾਡਲ ਹੈ ਬੇਸਿਕਲੀ। ਇਹ ਉਹਨਾਂ ਨੇ ਵੀ ਆਪਣੀ ਪ੍ਰੋਡਕਟਿਵਿਟੀ ਜਿਵੇਂ ਇੰਡਸਟਰੀਜ਼ ਲਾ ਸੈਟਅਪ ਕਰਕੇ ਹਿਊਜ ਪ੍ਰੋਡਕਟਿਵਿਟੀ ਕਰਕੇ ਫਿਰ ਦੁਨੀਆ 'ਚ ਪੂਰਾ ਐਕਸਪੋਰਟ ਕਰ ਲਿਆ, ਤੇ ਉਹਦੇ ਨਾਲ ਕੀ ਹੈ ਕਿ ਉਹਨਾਂ ਕੋਲੇ ਨਾ ਪੈਸੇ ਇਕੱਠੇ ਹੋਏ ਤੇ ਉਹੀ ਪੈਸੇ ਉਹਨਾਂ ਦੇ ਜੀਡੀਪੀ 'ਚ ਕਨਵਰਟ ਹੋਏ, ਤਾਂ ਇਸ ਕਰਕੇ ਉਹਨਾਂ ਦੀ ਜੀਡੀਪੀ ਹਾਈ ਹੋਈ ਹੈ, ਹਨਾ। ਉਹੀ ਤਰੀਕਾ ਇੱਥੇ ਵੀ ਹੈ ਵੀ ਤੁਸੀਂ ਉਹਨਾਂ ਨੇ ਮੈਨੂਅਲ ਮੈਨ ਪਾਵਰ ਯੂਜ਼ ਕਰਕੇ, ਆਪਣੀ ਲੇਬਰ ਯੂਜ਼ ਕਰਕੇ ਚਾਈਨਾ ਨੇ ਇਹ ਕੰਮ ਕੀਤਾ। ਇੰਡੀਆ ਦੀ ਪਾਵਰ ਕੀ ਹੈ ਇਸ ਟਾਈਮ ਤੇ? ਇੰਡੀਆ ਦੀ ਪਾਵਰ ਹੈਗੀ ਡਿਜੀਟਲ ਟਰਾਂਸਫੋਰਮੇਸ਼ਨ, ਕਿਉਂਕਿ ਇਹਦੇ ਕੋਲੇ ਜਿਹੜੇ ਨੇ ਆਪਣੇ ਸੌਫਟਵੇਅਰ ਡਿਵੈਲਪਰ ਬਹੁਤ ਵਧੀਆ ਨੇ ਇੰਡੀਆ ਕੋਲੇ। ਇੰਡੀਆ ਦਾ ਦਿਮਾਗ ਜਿਹੜਾ ਹੈਗਾ, ਸਾਡੇ ਆਫਿਸਾਂ 'ਚ ਵੀ ਆਲਮੋਸਟ ਆਲ ਵੈਸਟਰਨ ਜਿਹੜੇ ਇੱਥੇ ਕੰਪਨੀਆਂ ਨੇ, ਇਹਨਾਂ ਦੀ ਜਿਹੜੀ ਆਈਟੀ ਹੈਗੀ ਹੈ ਸਾਰੀ ਇੰਡੀਆ ਨੂੰ ਆਊਟਸੋਰਸਡ ਹੈ। ਜੇ ਇੰਡੀਆ ਨੂੰ ਆਊਟਸੋਰਸ ਨਹੀਂ ਹੈ ਤਾਂ ਜੋ ਵੀ ਸਾਡੇ ਇੱਥੇ ਵੀ ਲੋਕ ਕੰਮ ਕਰਦੇ ਨੇ ਮਾੜੇ ਮੋਟੇ ਜੋ ਆਈਟੀ ਵਿੱਚ, ਉਹ 'ਚ 80% ਲੋਕ ਇੰਡੀਅਨਸ ਹੁੰਦੇ ਨੇ, ਉਹ ਵੀ ਸਾਰੇ ਸਾਊਥ ਇੰਡੀਅਨ, ਮੋਸਟ ਆਫ ਦਾ ਟਾਈਮ ਸਾਊਥ ਇੰਡੀਅਨ ਹੁੰਦੇ ਨੇ, ਮਤਲਬ ਸਾਊਥ ਤੋਂ ਆਏ ਹੋਏ ਹੁੰਦੇ ਨੇ ਮੋਸਟਲੀ ਸਾਰੀ ਕੰਪਨੀਆਂ ਦੇ ਵਿੱਚ। ਤੇ ਇੰਡੀਆ ਦਾ ਜਿਹੜਾ ਮਾਈਂਡ ਹੈ ਨਾ, ਇੱਕ ਤਾਂ ਡਾਕਟਰ, ਕਿਉਂਕਿ ਉਹ ਤਾਂ ਪੜ੍ਹਾਈ ਕਰਕੇ ਹੈ, ਕਿਉਂਕਿ ਇੱਥੇ ਦੇ ਮਾਂ-ਬਾਪ ਡੰਡਾ ਮਾਰ ਕੇ ਪੜ੍ਹਾਈ ਕਰਾ ਕੇ ਇਹਨਾਂ ਨੂੰ ਇਸ ਲੈਵਲ ਦੀ ਪੜ੍ਹਾਈ ਕਰਾ ਦਿੰਦੇ ਨੇ। ਦੂਸਰੇ ਹੈਗੇ ਨੇ ਆਪਣੇ ਡਿਜੀਟਲ, ਕਿਉਂਕਿ ਇੰਡੀਆ 'ਚ ਨਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਐਨਾਲੌਗ ਥਿੰਕਿੰਗ ਜਿਹਨੂੰ ਕਹਿੰਦੇ ਨੇ ਨਾ, ਐਨਾਲਿਟੀਕਲ ਥਿੰਕਿੰਗ, ਉਹ ਆਪਣੇ ਮਾਈਂਡ ਆਪਣੇ DNA 'ਚ ਸ਼ਾਇਦ ਉਹ ਜ਼ਿਆਦਾ ਬੈਟਰ ਹੈ। ਇਸ ਕਰਕੇ ਆਪਾਂ ਕੋਈ ਵੀ ਜਿਹੜੇ ਲੌਜਿਕ ਨਾਲ ਕੰਸਰਨ ਚੀਜ਼ਾਂ ਹੁੰਦੀਆਂ, ਜਿਵੇਂ ਮੈਥਮੈਟਿਕਸ ਹੋ ਗਿਆ, ਹੈ ਨਾ, ਵੀ ਮੈਥਮੈਟਿਕਸ 'ਚ 2 + 2 4,
ਚੀਜ਼ਾਂ ਹੋ ਗਈਆਂ, ਮਤਲਬ ਸਿੰਪਲ ਜਿਹੀ ਚੀਜ਼ਾਂ ਹੁੰਦੀਆਂ ਨੇ ਸਟ੍ਰੇਟ ਫਾਰਵਰਡ ਜੋ ਤੁਹਾਡਾ ਐਨਾਲਿਟੀਕਲ ਮਾਈਂਡ ਸਮਝ ਸਕਦਾ ਹੈ ਈਜ਼ੀਲੀ, ਉਹ ਚੀਜ਼ਾਂ ਦੇ ਉੱਤੇ ਇੰਡੀਆ ਕਾਫੀ ਅੱਗੇ ਹੈ ਹਨਾ। ਤੇ ਆਪਾਂ ਹੋ ਸਕਦਾ ਮਤਲਬ ਪ੍ਰੋਬਲਮ ਸੋਲਵਿੰਗ ਵੀ ਨਾ, ਪ੍ਰੋਬਲਮ ਸੋਲਵਿੰਗ ਤੋਂ ਘਬਰਾਉਂਦੇ ਨਹੀਂ ਹੈਗੇ, ਤੇ ਇਸ ਕਰਕੇ ਅੱਗੇ ਅੱਗੇ ਮਤਲਬ ਉਹ ਡੀਪ ਜਾਈ ਜਾਂਦੇ ਨੇ। ਨਹੀਂ ਸਾਈਕੋਲੋਜੀਕਲ ਪ੍ਰੋਬਲਮ ਸੋਲਵ ਵਿੱਚ ਬਿਲਕੁਲ ਨਹੀਂ ਹੈਗੇ ਆਪਾਂ ਅੱਗੇ। ਆਪਾਂ ਦਿਮਾਗ ਦੀ ਚੀਜ਼ਾਂ ਕਿਉਂ ਕਿੱਥੋਂ ਆਈਆਂ, ਹਾਂ ਆਪਾਂ ਦੂਜੀ ਜਿਹੜੀ ਐਨਾਲਿਟੀਕਲ ਹੁੰਦੀਆਂ ਨੇ ਨਾ ਚੀਜ਼ਾਂ, ਜਿਹੜੀ ਬੜੀ ਈਜ਼ੀਲੀ ਬਲੈਕ ਐਂਡ ਵਾਈਟ ਹੁੰਦੀਆਂ ਨੇ, ਜਿਵੇਂ ਮੈਥਸ ਹੋ ਗਿਆ, ਸਾਇੰਸ ਹੋ ਗਈ, ਇਹ ਚੀਜ਼ਾਂ ਸਮਝਣੀਆਂ ਬੜੀ ਈਜ਼ੀ ਚ ਟਾਈਪ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕਾਫੀ ਅੱਗੇ ਆ। ਤੇ ਉਹ ਇੰਡੀਆ ਕੋਲ ਜ਼ਰੂਰ ਐਡਵਾਂਟੇਜ ਆ ਜੀ ਦੇ ਵਿੱਚ। ਮੇਰੇ ਕੋਲ ਇੱਕ ਹੋਰ ਰੀਜ਼ਨ ਵੀ ਹੈ, ਦੇਖ ਇੱਕ ਤਾਂ ਡਿਜੀਟਲ ਦਾ ਇਹ ਟ੍ਰਾਂਸਪੇਰੈਂਟ ਹੋ ਗਿਆ ਸਾਰਾ ਸਿਸਟਮ, ਉਹ ਬਹੁਤ ਅੱਛੀ ਗੱਲ ਆ। ਇਹਦੀ ਇੱਕ ਕਹਿ ਲਓ ਕਿ ਪਲੱਸ ਪੁਆਇੰਟ ਆ। ਨਹੀਂ ਹਜੇ ਸ਼ੰਦੀ ਦੀ ਹਜੇ ਆਪਾਂ ਨੂੰ ਲੱਗਦਾ ਹੈ ਟ੍ਰਾਂਸਪੇਰੈਂਟ ਹੋ ਗਿਆ, ਜਿਨ੍ਹਾਂ ਨੇ 2 ਨੰਬਰ ਦਾ ਕੰਮ ਕਰਨਾ ਹੁੰਦਾ ਨਾ ਹੋ ਰਿਹਾ ਹਰੇਕ ਜਗ੍ਹਾ ਲੱਭ ਲੈਂਦੇ ਨੇ ਕੋਈ ਨਾ ਕੋਈ ਕੰਮ, ਪਰ ਕਾਫੀ ਹੋ ਰਿਹਾ, ਮਤਲਬ ਉਹ ਵੀ ਕਰਪਸ਼ਨ ਵੀ ਘਟੂਗੀ। ਦੂਸਰੀ ਗੱਲ, ਇੱਕ ਇੰਡੀਆ ਦੀ ਮੈਨੂੰ ਬਹੁਤ ਅੱਛੀ ਗੱਲ ਲੱਗਦੀ ਆ ਵੀ ਇੰਡੀਆ 'ਚ ਨਾ ਐਜੂਕੇਸ਼ਨ ਇੰਨੀ ਮਹਿੰਗੀ ਨਹੀਂ ਹੈਗੀ ਜਿਵੇਂ ਇੱਥੇ ਲੋਕ। ਉੱਥੇ ਹੁਣ ਦੇਖ ਲੈ ਬੱਚੇ ਨਾਰਮਲ ਘਰਾਂ ਦੇ ਵੀ ਲੋਕ ਮਤਲਬ ਲੋਅਰ ਮਿਡਲ ਕਲਾਸ ਦੇ ਬੱਚੇ ਵੀ ਕਾਲਜ ਯੂਨੀਵਰਸਿਟੀਆਂ ਜਾਈ ਜਾਂਦੇ ਨੇ, ਆਰਾਮ ਨਾਲ ਫੀਸਾਂ ਦੇ ਦਿੰਦੇ ਨੇ, ਰਾਈਟ। ਕਹ ਲੋ ਕਿ ਕਾਲਜਿਸ ਵਗੈਰਾ ਇੱਥੇ ਇਸੇ ਕਰਕੇ ਗਰੋਥ ਰੁਕ ਜਾਂਦੀ ਹੈ। ਇਹਨਾਂ ਦੇ ਬੱਚੇ ਤਾਂ ਬਸ ਫਿਰ ਹਾਈ ਸਕੂਲ ਤੋਂ ਬਾਅਦ ਕੋਈ ਆ ਜਿਹੜਾ ਕੋਈ ਯੂਨੀਵਰਸਿਟੀ ਜਾਂ ਕਾਲਜ ਜਾਂਦਾ ਹੈਗਾ, ਉਹ ਵੀ ਲੋਨ ਚੱਕ ਕੇ ਡਿਫਰੈਂਸ ਇਸ ਕਰਕੇ ਵੀ ਪਿੱਛੇ ਆ। ਇਸ ਕਰਕੇ ਇਹ ਮੈਨੂੰ ਪਤਾ ਮਨਜੀਤ ਨੇ ਕੀ ਬੋਲਣਾ ਇਸ ਉਹਦੇ ਚ, ਹਜੇ ਉਹ ਬੋਲ ਨਹੀਂ ਰਿਹਾ, ਚੁੱਪਚਾਪ ਸੁਣ ਰਿਹਾ ਹੈ, ਬਟ ਸਟਿਲ ਮੈਂ ਤੈਨੂੰ ਦੱਸ ਦਿੰਨੀ ਆ ਇਹ ਨਾ ਆਪਣੀ ਸੁਸਾਇਟੀ ਦਾ ਸਟਰਕਚਰ ਡਿਫਰੈਂਟ ਹੈ ਦੋਨੇ ਜਗ੍ਹਾ ਤੇ। ਇੱਥੇ ਦੀ ਸੁਸਾਇਟੀ ਸੋਚਦੀ ਹੈ ਜਿਵੇਂ ਕਿ ਵੈਸਟਰਨ ਲੋਕ ਸੋਚਦੇ ਨੇ ਵੀ ਪੜ੍ਹਾਈ ਹਾਇਰ ਸਿਰਫ ਉਹਨੂੰ ਕਰਨੀ ਚਾਹੀਦੀ ਜਿਹਨੂੰ ਪੜ੍ਹਾਈ 'ਚ ਇੰਟਰਸਟ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਕਾਲਜ ਮਹਿੰਗੇ ਨੇ, ਕਿਉਂਕਿ ਉੱਥੇ ਐਜੂਕੇਸ਼ਨ ਐਕਚੁਅਲੀ ਬੜੀ ਡੀਪ ਐਜੂਕੇਸ਼ਨ ਹੁੰਦੀ ਹੈ, ਵੀ ਜਿਹਨੇ ਰਿਸਰਚ ਵਰਕ ਕਰਨਾ ਹੈ ਅੱਗੇ ਜਾ ਕੇ ਉਹੀ ਜਾਏ ਉਹਦੇ ਵਿੱਚ, ਹਨਾ। ਇੰਡੀਆ 'ਚ ਹੈਗੀ ਹੈ ਭੇਡ ਚਾਲ, ਵੀ ਹਰ ਕਿਸੇ ਨੇ ਗਧਾ ਘੋੜਾ ਇਕੱਠੇ ਕਰਕੇ ਵੀ ਹਰ ਕਿਸੇ ਨੇ ਭਾਈ ਗ੍ਰੈਜੂਏਸ਼ਨ ਤਾਂ ਕਰਨੀ ਹੈ, ਹਨਾ। ਉੱਥੇ ਮਿਨੀਮਮ ਲੈਵਲ ਗ੍ਰੈਜੂਏਸ਼ਨ ਟਾਈਪ ਮੰਨਿਆ ਜਾਂਦਾ, ਨਹੀਂ ਤਾਂ ਬੰਦੇ ਨੂੰ ਅਨਪੜ੍ਹ ਡਿਕਲੇਅਰ ਕਰ ਦਿੱਤਾ ਜਾਂਦਾ ਹੈ। ਤਾਂ ਉਹ ਤਾਂ ਹੋ ਗਈ ਮਾਈਂਡਸੈਟ ਦੀ ਗੱਲ, ਮਤਲਬ ਉਹ ਤਾਂ ਡਿਫਰੈਂਟ ਮਾਈਂਡਸੈਟ ਹੈ। ਮੈਂ ਉਹਨੂੰ ਇਹਦੇ ਨਾਲ ਨਹੀਂ ਜੋੜੂੰਗੀ, ਆਪਣੇ ਡਿਜੀਟਲ ਟਰਾਂਸਫੋਰਮੇਸ਼ਨ ਨਾਲ ਉਸ ਚੀਜ਼ ਨੂੰ ਜੋੜੂੰਗੀ ਨਹੀਂ। ਪਰ ਇਸ ਲੈਵਲ 'ਚ ਇੰਡੀਆ ਨੇ ਤਰੱਕੀ ਜ਼ਰੂਰ ਕੀਤੀ ਹੈ ਭਾਈ। ਡਿਜੀਟਲ ਟਰਾਂਸਫੋਰਮੇਸ਼ਨ ਤੁਹਾਨੂੰ ਉੱਥੇ ਆ ਕੇ ਜੇ ਤੁਸੀਂ ਗਰਾਊਂਡ ਲੈਵਲ ਤੇ ਚੀਜ਼ਾਂ ਦੇਖਦੇ ਹੋ ਤੁਹਾਨੂੰ ਡਿਫਰੈਂਸ ਬਹੁਤ ਲੱਗਦਾ ਹੈ, ਹਨਾ। ਤੇ ਨਹੀਂ ਪਰ ਦੇਖ ਇੱਕ ਮਿੰਟ, ਜਦੋਂ ਉਹ ਬੋਲਣ ਦੇਣਾ ਬੱਚੇ ਚਾਹੇ ਧੱਕੇ ਨਾਲ ਹੀ ਜਿਵੇਂ ਧੱਕੇ ਨਾਲ ਹੀ ਚਾਹੇ ਪੇਰੈਂਟਸ ਭੇਜਦੇ ਨੇ, ਰਾਈਟ, ਕਾਲਜ ਯੂਨੀਵਰਸਿਟੀ, ਤਾਂ ਕੁਛ ਤਾਂ ਉੱਪਰ ਲੈਵਲ ਦਾ ਕੁਛ ਤਾਂ ਦਿਮਾਗ 'ਚ ਪੈਂਦਾ ਨਾ, ਫਿਰ ਉੱਥੇ ਬੱਚੇ ਦਾ ਦਿਮਾਗ ਫਿਰ ਗਾਂਹ ਨੂੰ ਜਾਣ ਦੀ ਕੋਸ਼ਿਸ਼ ਵੀ ਕਰਦਾ, ਵੀ ਸੋਚਣ ਦੀ ਵੀ ਕਰਦਾ। ਇਸ ਕਰਕੇ ਫਿਰ ਉਹ ਕੁਛ ਤਾਂ ਕੋਈ ਕੰਪਿਊਟਰ ਸਿੱਖਦਾ, ਕੋਈ ਕੁਛ ਕਰਦਾ। ਇਹ ਤਾਂ ਨਹੀਂ ਕਿ ਉਹ ਹਾਈ ਸਕੂਲ ਤੋਂ ਬਾਅਦ ਜਾ ਕੇ ਲੇਬਰ 'ਚ ਵੜ ਜਾਂਦੇ ਨੇ ਤੇ ਦੈਟਸ ਇਟ, ਖਤਮ ਹੋ ਗਿਆ ਕੰਮ। ਇਸ ਕਰਕੇ ਉਹ ਸਭ ਤੋਂ ਜ਼ਿਆਦਾ ਇੰਡੀਆ 'ਚ ਹੀ ਹੈ ਇਹ ਹੋਣ ਤੋਂ ਬਾਵਜੂਦ। ਨਹੀਂ ਉਹ ਤਾਂ ਸਰ ਹੈਗੀ ਹੋਈ ਆ ਜਿਹੜੀ ਕਲਾਸ ਹੈਗੀ ਆ, ਪਰ ਕਾਫੀ ਕਲਾਸ ਆ ਜਿਵੇਂ ਕਿ ਜਿਹੜੇ ਲੋਕ ਨਾਰਮਲੀ ਕਿ ਉੱਤੇ ਤੱਕ ਤਾਂ ਹੀ ਉੱਥੋਂ ਕੰਪਿਊਟਰ ਇੰਜੀਨੀਅਰ ਨਿਕਲ ਰਹੇ ਨੇ, ਜਿਹੜੇ ਡਾਕਟਰ ਵੀ ਨਿਕਲ ਰਹੇ ਨੇ। ਇਹ ਵੀ ਰੀਜ਼ਨ ਆ ਵੀ ਉਹ ਸਟਾਪ ਨਹੀਂ, ਮਤਲਬ ਸਭ ਨੂੰ ਚਾਂਸ ਤਾਂ ਮਿਲਦਾ ਨਾ। ਚਲੋ ਜੀ ਬੋਲੋ ਜੀ ਮੋਨਜੀਤ ਜੀ, ਸ਼ੁਰੂ ਹੋ ਜਾਣ ਤੁਸੀਂ। ਹਾਂ ਮਸਾਲਾ ਇਕੱਠਾ ਹੋ ਗਿਆ ਕਾਫੀ ਤੇਰੇ ਕੋਲੇ। ਨਹੀਂ ਮੈਂ ਫੇਰ ਉੱਥੇ ਹੀ ਆਨਾ ਦੁਬਾਰਾ ਤੋਂ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਭਾਈ ਇੰਡੀਆ ਦੇ ਵਿੱਚ ਇੰਨੇ ਪੜ੍ਹਾਈ ਲਿਖਾਈ ਦਾ ਸਿਸਟਮ ਇੰਨਾ ਵਧੀਆ, ਤਾਂ ਇੰਡੀਆ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਬੱਚਿਆਂ ਨੂੰ ਪੜ੍ਹਨ ਆਉਣਾ ਚਾਹੀਦਾ ਸੀਗਾ। ਇੰਡੀਆ ਦੇ ਬੱਚੇ ਤਾਂ ਸਾਰੇ ਬਾਹਰ ਜਾ ਕੇ ਟਰੱਕ ਚਲਾ ਰਹੇ ਨੇ, ਹਨਾ, ਪੜ੍ਹੇ ਲਿਖੇ ਇੰਜੀਨੀਅਰ ਤਾਂ ਜਾ ਕੇ ਟਰੱਕ ਚਲਾਉਣ ਲੱਗ ਗਏ ਹੈ। ਇਹ ਤੁਸੀਂ ਓਵਰਆਲ ਸਮਝੋ ਬੇਸਿਕਲੀ ਹੁੰਦਾ ਕੀ ਆ ਇਹਦੀ ਨਾ ਜਿਹੜੀ ਪ੍ਰੋਬਲਮ ਸੋਲਵਿੰਗ ਵੀ ਆ, ਕਿ ਤੁਸੀਂ ਪਹਿਲਾਂ ਪ੍ਰੋਬਲਮ ਸੋਲਵਿੰਗ ਕਰ ਰਹੇ ਹੋ ਕਿ ਤੁਸੀਂ ਤਨਖਾਹ ਤੁਹਾਡੀ ਪ੍ਰੋਬਲਮ ਸੋਲਵਿੰਗ ਆ। ਆਪਣੇ ਇੰਡੀਆ ਦਾ ਤਾਂ ਜੇ ਸਟੈਂਡਰਡ ਆ ਕਿ ਸਿਰਫ ਤਨਖਾਹ ਹੀ ਪ੍ਰੋਬਲਮ ਸੋਲਵਿੰਗ ਆ, ਉਹ ਰੀਅਲ ਪ੍ਰੋਬਲਮਸ ਨੂੰ ਤਾਂ ਆਬਜ਼ਰਵ ਹੀ ਨਹੀਂ ਕਰ ਪਾ ਰਹੇ ਨੇ। ਤੇ ਹੁਣ ਮੈਂ ਕਹਿ ਰਿਹਾ ਕਿ ਜੋ ਕੰਮ ਇੰਡੀਆ ਦੇ ਵਿੱਚ ਹੋ ਰਿਹਾ ਉਹ ਬਾਕੀ ਦੇਸ਼ਾਂ ਦੇ ਵਿੱਚ ਕਿਉਂ ਨਹੀਂ ਕੀਤਾ ਜਾ ਰਿਹਾ। ਤੁਸੀਂ ਖੁਦ ਮੰਨੋ ਕਿ ਕੈਨੇਡਾ ਵਗੈਰਾ ਕਿਉਂ ਨਹੀਂ ਕਰ ਰਿਹਾ। ਉਹਨਾਂ ਨੇ ਤਾਂ ਬੈਸਟ ਇੰਡੀਆ ਤੋਂ ਇੰਜੀਨੀਅਰ ਵੀ ਲੈ ਲਏ ਨੇ, ਬੈਸਟ ਡਾਕਟਰ ਵੀ ਲੈ ਲਏ ਨੇ, ਠੀਕ ਆ। ਜੇ ਇੰਡੀਆ ਦੇ ਬੈਸਟ ਡਾਕਟਰ ਬੈਸਟ ਇੰਜੀਨੀਅਰ ਜਾ ਕੇ ਉਹ ਦੇਸ਼ਾਂ 'ਚ ਉਹ ਕਿਉਂ ਨਹੀਂ ਕਰ ਪਾ ਰਹੇ ਜੋ ਇੰਡੀਆ ਦੇ ਵਿੱਚ ਕਰ ਪਾ ਰਿਹਾ। ਬਿਕੋਜ਼ ਇਨਵਾਇਰਮੈਂਟਲ ਲਾਅ ਵੀ ਨੇ, ਬੜੇ ਇਹਦੇ 'ਚ ਚੀਜ਼ਾਂ ਹੁੰਦੀਆਂ ਨੇ, ਲੋਕ ਉਸ ਡੈਪਥ ਤੱਕ ਸੋਚਦੇ ਨਹੀਂ, ਸਰਕਾਰਾਂ ਉੱਥੇ ਅਲਾਉਡ ਨਹੀਂ ਕਰਦੀਆਂ। ਇੰਡੀਆ ਦੇ ਵਿੱਚ ਅਲਾਉਡ ਕਰ ਦਿੱਤਾ ਜਾ ਰਿਹਾ ਹੈ। ਚਾਈਨਾ ਦੇ ਵਿੱਚ ਵੀ ਸੇਮ ਚੀਜ਼ ਆ, ਕਿਉਂਕਿ ਲੋਕਾਂ ਦੀ ਜਿਹੜੀ ਇੱਕ ਓਵਰਆਲ ਇੱਕ ਸੋਚਣ ਦੀ ਇੱਕ ਸ਼ਰਮਤਾ ਨਾ ਆਪਾਂ ਕਹਿ ਦਿੰਦੇ ਆ, ਜੋ ਇੱਕ ਥਿੰਕਿੰਗ ਆ, ਉਹ ਸਿਰਫ ਤਨਖਾਹ ਤੱਕ ਆ ਬਸ। ਸਾਨੂੰ ਪੈਸਾ ਮਿਲੂ, ਹਾਂ ਸਾਨੂੰ ਤਨਖਾਹ ਮਿਲੂਗੀ, ਮੈਨੂੰ ਨਹੀਂ। ਉਹਨਾਂ ਦੀ ਨਾ ਰਿਸਰਚ 'ਚ ਡੈਪਥ ਨਹੀਂ ਹੈਗੀ।
ਜਦੋਂ ਰਿਸਰਚ 'ਚ ਡੈਪਥ ਆ ਜਾਂਦੀ ਆ, ਜੁਡੀਸ਼ੀਅਲ ਸਿਸਟਮ ਸਟਰੋਂਗ ਹੋ ਜਾਂਦਾ, ਉਦੋਂ ਇਹ ਕੰਪਨੀਆਂ ਨੂੰ ਇਸ ਲੈਵਲ ਦੀ ਐਕਸਪੈਂਸ਼ਨਾਂ ਕਰਨੀਆਂ ਬੜੀਆਂ ਔਖੀਆਂ ਲੱਗਦੀਆਂ ਨੇ, ਕਿਉਂਕਿ ਇਹ ਸਾਰਾ ਜਿੰਨੀ ਵੀ ਤੁਸੀਂ ਇਹ ਕਰ ਰਹੇ ਹੋ, ਇਹ ਸਾਰੀ ਦੀ ਸਾਰੀ ਸਿੱਧਾ ਜਾ ਕੇ ਹੈਲਥ ਇੰਪੈਕਟ ਪਾਉਂਦੀ ਆ ਕੰਟਰੀ ਨੂੰ। ਨਹੀਂ ਮੁੰਜੀ, ਮੈਂ ਸਮਝਦੀ ਹਾਂ ਕਿ ਜਿਵੇਂ ਚਾਈਨਾ ਨੇ ਕੀਤਾ, ਉਹ ਤਾਂ ਹੈਲਥ ਇੰਪੈਕਟਿੰਗ ਬਹੁਤ ਜ਼ਰੂਰ ਹੈਗਾ, ਬੜਾ ਡਾਇਰੈਕਟਲੀ ਰਿਲੇਟਡ ਹੈ। ਪੋਲਿਊਸ਼ਨ ਹੁੰਦੀ ਹੈ ਤੁਹਾਡੇ ਉੱਥੇ, ਲੋਕਾਂ ਨੂੰ ਜਿਸ ਤਰੀਕੇ ਨਾਲ ਪੀਸਿਆ ਜਾਂਦਾ ਹੈ, ਪਰ ਡਿਜੀਟਲ ਟਰਾਂਸਫਰਮੇਸ਼ਨ ਦੇ ਨਾਲ ਕੀ ਰਿਲੇਸ਼ਨ ਹੈ ਹੈਲਥ ਦਾ ਜਾਂ এনवायरमेंट ਦਾ? ਸਿੱਧਾ ਇਹ ਤਾਂ ਬਹੁਤ ਜ਼ਿਆਦਾ ਆ ਰਿਹਾ। ਜਿਹੜਾ ਡਿਜੀਟਲ ਦੇ ਵਿੱਚ ਜਿੰਨੀ ਵੀ ਆ ਵੇਵਸ ਦਾ ਜਿਹੜਾ ਜੋ ਆਪਾਂ ਫੋਨ ਯੂਜ਼ ਕਰ ਰਹੇ ਹਾਂ, ਜੋ ਵੀ ਚੀਜ਼ਾਂ ਯੂਜ਼ ਕਰ ਰਹੇ ਹਾਂ, ਤੇ ਇਹ ਤਾਂ ਸਿੱਧਾ ਇਹਦਾ ਬਹੁਤ ਜ਼ਬਰਦਸਤ ਇੰਪੈਕਟ ਆ। ਇਹ ਹੁਣ ਆਪਾਂ ਡਾਟਾ ਵੀ ਆ ਰਿਹਾ, ਡਾਟਾ ਨੂੰ ਰੋਕ ਦਿੱਤਾ ਜਾਂਦਾ, ਰਿਸਰਚਾਂ ਹੀ ਨਹੀਂ ਕਰਨ ਦੇ ਰਹੇ ਇਹ ਸਾਰੀ ਚੀਜ਼ਾਂ ਦੇ ਉੱਤੇ। ਨਹੀਂ ਤਾਂ ਕੀ ਕਾਰਨ ਆ ਕਿ ਜਿਹੜਾ ਇੰਡੀਆ ਦੇ ਵਿੱਚ ਕੁਝ ਹੋ ਸਕਦਾ ਕਿ ਯੂਰਪ ਕਿਉਂ ਨਹੀਂ ਕਰ ਸਕਦਾ? ਭਾਈ ਉੱਥੇ ਚਲੋ ਛੱਡੋ, ਆ ਰਿਲਾਇੰਸ ਆ, ਇਹ ਉਧਰਲੇ ਦੇਸ਼ਾਂ 'ਚ ਕਿਉਂ ਨਹੀਂ ਜਾ ਰਿਹਾ? ਭਾਈ ਉਧਰਲੀ ਮਰਸੀਡੀਜ਼ ਨੇ ਇੰਡੀਆ 'ਚ ਆ ਕੇ ਕਾਰ ਵੇਚਤੀ, ਠੀਕ ਆ, ਆਡੀ ਨੇ ਇੰਡੀਆ 'ਚ ਆ ਕੇ ਕਾਰ ਵੇਚਤੀ, ਹੋਂਡਾ ਨੇ ਇੰਡੀਆ 'ਚ ਆ ਕੇ ਕਾਰ ਵੇਚਤੀ। ਜੇ ਇੰਨੇ ਕੀ ਚੰਗੇ ਨੇ, ਰਿਲਾਇੰਸ ਜਾ ਕੇ ਇੰਗਲੈਂਡ ਦੇ ਵਿੱਚ ਆਪਣਾ ਨੈਟ ਕਿਉਂ ਨਹੀਂ ਵੇਚ ਪਾ ਰਿਹਾ? ਅਮਰੀਕਾ ਦੇ ਵਿੱਚ ਜਾ ਕੇ ਆਪਣਾ ਕਿਉਂ ਨਹੀਂ ਕਰ ਪਾ ਰਿਹਾ? ਭਾਈ ਕੁਛ ਨਾ ਕੁਛ ਤਾਂ ਇੱਕ ਸਿਸਟਮ ਹੈਗਾ, ਕਿਉਂਕਿ ਇੰਡੀਆ ਦੇ ਵਿੱਚ ਇਹਨਾਂ ਨੇ ਚਾਈਨਾ ਵਾਲਾ ਮਾਡਲ ਸੇਮ ਚੱਲ ਰਿਹਾ। ਹੁਣ ਚਾਈਨਾ ਨੂੰ ਸਾਰੇ ਰੋਂਦੇ ਪਿੱਟਦੇ ਸੀਗੇ ਕਿ ਉੱਥੇ ਦੇ ਇਹੋ ਜਿਹੇ ਕੈਬਿਨਸ ਬਣ ਚੁੱਕੇ ਨੇ ਜਿੱਥੇ ਲੋਕ ਜਾ ਕੇ ਸਾਹ ਲੈ ਕੇ, ਪਿਓਰ ਹਵਾ ਲੈ ਕੇ ਫੇਰ ਅੱਗੇ ਤੁਰਦੇ ਨੇ, ਹਨਾ। ਇੰਡੀਆ ਦੀ ਦੇਖੋ, ਸਭ ਤੋਂ ਪਹਿਲਾਂ ਤਾਂ ਇੰਡੀਆ ਦੀ ਪ੍ਰੋਬਲਮਸ ਕੀ ਨੇ? ਮੈਨੂੰ ਤਾਂ ਇੰਨਾ ਕੀ ਇੰਡੀਆ ਦੀ ਇਹ ਪ੍ਰੋਬਲਮ ਸੀ ਕਿ ਸਾਨੂੰ ਪੈਸੇ ਦੇਣ ਦੀ ਪ੍ਰੋਬਲਮ ਸੀ ਇੰਡੀਆ 'ਚ। ਬਈ ਇੰਡੀਆ 'ਚ ਸਾਡੇ ਕੋਲ ਨੋਟ ਸੀਗੇ, ਅਸੀਂ ਨੋਟ ਦੇ ਦਿੰਦੇ ਸੀ, ਨੋਟ ਲੈ ਲੈਂਦੇ ਸੀਗੇ। ਜੇ ਅਸੀਂ ਪ੍ਰਾਇੋਰਟੀ ਦੇਖਾਂਗੇ ਤਾਂ ਇੰਡੀਆ ਦੀ ਪ੍ਰੋਬਲਮ ਸੀਗੀ ਕਿ ਪੋਲਿਊਸ਼ਨ ਬਹੁਤ ਜ਼ਿਆਦਾ ਸੀ ਇੱਥੇ, ਠੀਕ ਹੈ ਨਾ। ਇੱਥੇ ਬਹੁਤ ਪੋਲਿਊਟਿਡ ਕੰਟਰੀ ਸੀਗਾ ਇਹ, ਹੈ। ਹੈਲਥ ਦਾ ਬਹੁਤ ਬੁਰਾ ਹਾਲ ਸੀਗਾ, ਹੈਲਥ ਦੇ ਵਿੱਚ ਇੰਡੀਆ ਦੇ ਵਿੱਚ ਲੋਕਾਂ ਦੀ ਹੈਲਥ ਬਹੁਤ ਬੁਰਾ ਹਾਲ ਸੀਗਾ। ਤੇ ਇੰਡੀਆ ਦੀ ਉਹ ਤਾਂ ਹੋਰ ਵੀ ਡੀਪ ਹੋਈ ਜਾ ਰਹੀਆਂ ਨੇ। ਸਿਟੀ ਤਾਂ ਮੈਨੂੰ ਲੱਗਦਾ ਜੇ ਦੁਨੀਆ ਦੇ ਤੁਸੀਂ ਟੌਪ ਪਤਾ ਨਹੀਂ ਕਿੰਨੇ ਕਹਿੰਦੇ 20 ਸਿਟੀ ਕੱਢ ਲਓ ਦੁਨੀਆ ਦੇ, ਹਨਾ, ਪੋਲਿਊਟਿਡ। ਇੰਡੀਆ ਉਹਦੇ 'ਚ ਹੋਰ ਵੀ ਵੱਧ ਗਿਆ ਜ਼ਿਆਦਾ। ਤੇ ਤੁਸੀਂ ਤੁਹਾਡੀ ਪ੍ਰਾਇੋਰਟੀਆਂ ਸੈੱਟ ਹੋਣੀ ਚਾਹੀਦੀਆਂ ਨੇ। ਤੇ ਇਹ ਜਿਹੜੀ ਜਿੰਨੀ ਵੀ ਚੀਜ਼ਾਂ ਨੇ ਨਾ, ਡਿਜੀਟਲ ਵਗੈਰਾ, ਇਹ ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਥੋੜਾ ਜਿਹਾ ਪੋਰਸ਼ਨ ਸੀਗਾ ਜੋ ਇੱਕ ਡਿਵੈਲਪਮੈਂਟ ਦਾ ਚਾਹੀਦਾ ਸੀ, ਤੇ ਇਸ ਤੋਂ ਬਿਨਾਂ ਸਰ ਵੀ ਸਕਦਾ ਸੀਗਾ। ਪਰ ਇਸ ਨੂੰ ਇਸ ਤਰੀਕੇ ਨਾਲ ਦਿਖਾ ਦਿੱਤਾ ਜਾ ਰਿਹਾ ਕਿ ਮੈਂ ਇਹਦੇ ਵਿੱਚ ਨਾ ਇੱਕ ਚੀਜ਼ ਬੋਲੂੰਗੀ ਕਿ ਅਸੀਂ ਕੰਪਨੀਆਂ 'ਚ ਵੀ ਕਦੇ ਵੀ ਕੋਈ ਵੀ ਨਵੇਂ ਪ੍ਰੋਜੈਕਟ ਜੇ ਸ਼ੁਰੂ ਕੀਤੇ ਜਾਂਦੇ ਨੇ ਨਾ, ਉਹਦੇ 'ਚ ਹਮੇਸ਼ਾ ਸਵੋਟ ਐਨਾਲਿਸਿਸ ਕੀਤਾ ਜਾਂਦਾ ਹੈ। ਸਵੋਟ ਐਨਾਲਿਸਿਸ ਬੇਸਿਕਲੀ ਕੀ ਹੁੰਦਾ, ਤੁਹਾਡੀ ਸਟਰੈਂਥ, ਵੀਕਨੈਸਿਸ, ਓਪਰਚੁਨਿਟੀ, ਇੱਦਾਂ ਇਹਨਾਂ ਨੂੰ ਇਹਦੇ ਬੇਸਿਸ ਤੇ ਡਿਵਾਈਡ ਕੀਤਾ ਜਾਂਦਾ ਵੀ ਤੁਹਾਡੀ ਕੰਪਨੀ ਦੀ ਸਟਰੈਂਥ ਕੀ ਹੈ, ਵੀਕਨੈਸ ਕੀ ਹੈ, ਹਨਾ। ਉਹਦੇ ਅਕੋਰਡਿੰਗ ਤੁਹਾਡੀ ਪਾਲਿਸੀਜ਼ ਬਣਦੀਆਂ ਨੇ, ਫਿਰ ਤੁਹਾਡੇ ਪ੍ਰੋਜੈਕਟਸ ਬਣਦੇ ਨੇ। ਇਸੇ ਤਰੀਕੇ ਨਾਲ ਕਿਸੇ ਵੀ ਕੰਟਰੀ ਨੂੰ ਜਾਂ ਕਿਸੇ ਵੀ ਕੰਪਨੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਤੁਸੀਂ ਆਪਣੀ ਵੀਕਨੈਸਿਸ ਤੇ ਜ਼ਰੂਰ ਕੰਮ ਕਰਦੇ ਹੋ, ਪਰ ਤੁਸੀਂ 2-3 ਆਪਣੀ ਸਟਰੈਂਥ ਵੀ ਚੱਕ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਹੋ, ਸਟਰੈਂਥਸ ਨੂੰ ਵੀ ਅੱਗੇ ਲੈ ਕੇ ਜਾਂਦੇ ਹੋ ਨਾਲ, ਹਨਾ। ਇਸੇ ਤਰੀਕੇ ਨਾਲ ਇੰਡੀਆ ਦੀ ਜਿਹੜੀ ਸਟਰੈਂਥ ਨੇ ਇਹ ਨੇ, ਜਿਵੇਂ ਕਿ ਹੋ ਗਈ ਡਾਕਟਰ ਪ੍ਰੋਡਿਊਸ ਕਰਨੇ ਜਾਂ ਡਿਜੀਟਲ ਇੰਡੀਆ ਬਣਾਉਣਾ, ਇਹ ਸਟਰੈਂਥ ਹੋ ਗਈ। ਵੀਕਨੈਸਿਸ ਬਹੁਤ ਸਾਰੀਆਂ ਨੇ, ਉਹਦੇ 'ਚ ਵੀ ਚੱਲਣਗੇ ਪ੍ਰੋਜੈਕਟ, ਪਰ ਤੂੰ ਇਹ ਕਹਿਣਾ ਹੈ ਕਿ ਸਾਰੀ ਪ੍ਰਾਇੋਰਟੀ ਆਪਾਂ ਨੂੰ ਸਿਰਫ ਵੀਕਨੈਸਿਸ ਤੇ ਲਾ ਦੇਣੀ ਚਾਹੀਦੀਆਂ ਤਾਂ ਆਪਾਂ ਸਟਰੈਂਥ ਨੂੰ ਅੱਗੇ ਨਾ ਲੈ ਕੇ ਜਾਈਏ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਕਿ ਦੇਖੋ, ਇਹ ਤਾਂ ਨਾਰਮਲ ਆ ਕਿ ਜਦੋਂ ਜਿੱਥੇ ਤੁਸੀਂ ਕਮਜ਼ੋਰ ਹੋ ਤੁਸੀਂ ਉੱਥੇ ਜ਼ਿਆਦਾ ਕੰਮ ਕਰੋਗੇ, ਠੀਕ ਆ। ਜਿੱਥੇ ਤੁਸੀਂ ਆਲਰੇਡੀ ਸਟਰੋਂਗ ਹੋ, ਠੀਕ ਆ ਨਾ, ਤੁਸੀਂ ਉੱਥੇ ਬਜਟ ਘੱਟ ਐਲੋਕੇਟ ਕਰੋਗੇ। ਤੁਸੀਂ ਬਜਟ ਕਿੱਥੇ ਐਲੋਕੇਟ ਕਰੋਗੇ? ਜਿੱਥੇ ਤੁਸੀਂ ਵੀਕ ਹੋ। ਤੁਸੀਂ ਹੋਲਿਸਟਿਕਲੀ ਤਾਂ ਹੀ ਗਰੋ ਕਰੋਗੇ ਨਾ। ਤੁਸੀਂ ਕੰਟਰੀ ਐਜ਼ ਇੱਕ ਆਪਣੇ ਆਪ 'ਚ ਕਹਿ ਰਹੇ ਨੇ ਕਿ ਅਸੀਂ ਵਿਸ਼ਵ ਸ਼ਕਤੀ ਬਣਨਾ, ਤਾਂ ਮਤਲਬ ਪਹਿਲਾਂ ਤਾਂ ਹਰ ਚੀਜ਼ ਤੁਸੀਂ ਇੰਡੀਆ ਦੇ ਵਿੱਚ ਵਾਲਾ ਸਿਸਟਮ। ਹੁਣ ਮੇਡ ਇਨ ਇੰਡੀਆ ਕਹਿ ਰਹੇ ਸੀ, ਮੇਡ ਇਨ ਇੰਡੀਆ ਕਹਿ ਰਹੇ ਸੀਗੇ। ਮੇਡ ਇਨ ਇੰਡੀਆ 'ਚ ਗੱਡੀਆਂ ਤਾਂ ਬਾਹਰਲੇ ਕੰਪਨੀਆਂ ਦੀਆਂ ਇੰਡੀਆ 'ਚ ਜ਼ਿਆਦਾ ਵਿਕ ਰਹੀਆਂ ਨੇ, ਇੰਡੀਅਨ ਕੰਪਨੀ ਦੀ ਘੱਟ ਵਿਕ ਰਹੀਆਂ ਨੇ, ਹਨਾ। ਹਰੇਕ ਚੀਜ਼, ਫੋਨ ਲਗਾ ਲਓ, ਹਰ ਚੀਜ਼ ਲਗਾ ਲਓ, ਬਾਹਰਲੀ ਕੰਪਨੀਆਂ ਦੀ ਆ ਕੇ ਇੰਡੀਆ 'ਚ ਵਿਕੀ ਜਾ ਰਹੀ ਆ। ਤੇ ਇੱਥੇ ਜਿਹੜਾ ਮੈਂ ਕਹਿ ਰਿਹਾ, ਤੇ ਦੂਸਰੀ ਗੱਲ ਜਿਹੜੀ ਹੈ, ਤੁਸੀਂ ਡਿਜੀਟਲ ਕਰੰਸੀ ਦੀ ਗੱਲ ਕਰ ਰਹੇ ਹੋ ਸਪੈਸੀਫਿਕਲੀ। ਡਿਜੀਟਲ ਕਰੰਸੀ 'ਚ ਕਿਤੇ ਵੀ ਆ 5-7 ਰੁਪਏ, 10-20 ਗੋਲ ਗੱਪੇ ਵਾਲਿਆਂ ਦੀ ਕਰਪਸ਼ਨ ਨਹੀਂ ਹੁੰਦੀ ਸੀ ਆਪਣੇ ਅੱਜ ਤੱਕ ਆਪਣੀ ਜਿਹੜੀ ਕਰਪਸ਼ਨ ਹੋਈ ਆ, ਉਹ ਕਰਪਸ਼ਨ ਹੋਈ ਆ ਲੈਂਡ ਖਰੀਦਣ ਦੇ ਵਿੱਚ। ਜਿਹੜੀ ਲੈਂਡ ਜਦੋਂ ਲੋਕ ਲੈਂਦੇ ਨੇ, ਠੀਕ ਆ, ਸਭ ਨੂੰ ਪਤਾ ਜੀ, ਕਰੋੜ ਦੀ ਕੋਠੀ ਆ, ਰਜਿਸਟਰੀ 20 ਲੱਖ ਦੀ ਰਜਿਸਟਰੀ ਹੁੰਦੀ ਆ, ਸਭ ਨੂੰ ਪਤਾ। ਤੇ ਉਸ ਨੂੰ ਠੀਕ ਕਰਨਾ ਬਹੁਤ ਸੌਖਾ ਕੰਮ ਸੀ ਜੇ ਉਹ ਸਾਰਾ ਕੁਝ ਡਿਜੀਟਲੀ ਕਰਵਾ ਲੈਂਦੇ, ਠੀਕ ਆ। ਉੱਥੇ ਤਾਂ ਇਹਨਾਂ ਨੇ ਛੇੜਿਆ ਵੀ ਨਹੀਂ, ਹੱਥ ਵੀ ਨਹੀਂ ਲਗਾ ਰਹੇ ਉਸ ਏਰੀਏ 'ਚ ਜਿੱਥੇ, ਕਿਉਂਕਿ ਉੱਥੇ ਹੀ ਸਾਰੀ ਬਲੈਕ
ਕਿਉਂਕਿ ਇਹ ਕੀ ਹੈ ਨਾ, ਉਹ ਸਾਰੇ ਪਾਪ ਧੋਣ ਵਾਸਤੇ ਗੋਲ ਗੱਪਿਆਂ ਨੂੰ ਮੂਹਰੇ ਕਰਤਾ ਕਿ ਗੋਲ ਗੱਪੇ ਵਾਲੇ ਜੀ ਡਿਜੀਟਲ ਕਰੰਸੀ ਕਰ ਰਹੇ ਨੇ, ਫਲਾਨਾ ਕਰ ਰਹੇ ਨੇ, ਤੇ ਇਹ ਉਹ ਕਹਿੰਦੇ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਹੋਰ। ਉਹ ਜਿੰਨਾ ਵੀ ਅੱਜ ਵੀ ਉਹ ਜਿੰਨੀ ਵੀ ਟ੍ਰਾਂਜੈਕਸ਼ਨ ਚੱਲ ਰਹੀਆਂ ਨੇ ਆ ਜ਼ਮੀਨਾਂ ਦੀਆਂ, ਕੋਠੀਆਂ ਦੀਆਂ, ਹਨਾ, ਕਿਉਂਕਿ ਉਹ ਜਿਹੜੀ ਕੰਪਨੀਆਂ ਦੇ ਮਾਲਕ ਨੇ ਜਿਹੜਾ ਸਭ ਕੁਝ ਕਰ ਰਹੇ ਨੇ, ਉਹਨਾਂ ਨੇ ਉਹ ਸਾਰੇ ਪੈਸਾ ਬਣ ਰਿਹਾ ਉੱਥੇ, ਉਹ ਪ੍ਰਾਪਰਟੀਆਂ ਖਰੀਦ ਰਹੇ ਨੇ, ਉਹ ਸਾਰਾ ਕੁਝ ਕਰ ਰਹੇ ਨੇ। ਉਹ ਕਦੀ ਚਾਹਣਗੇ ਹੀ ਨਹੀਂ ਕਿ ਤੁਸੀਂ ਇੱਥੇ ਹੱਥ ਪਾਵੇ ਸਰਕਾਰ ਆ ਕੇ। ਜਦ ਪਾਇਆ ਕਿ ਸੀ ਮੋਦੀ ਨੇ ਇੱਕ ਵਾਰ ਜਦ 2000 ਦਾ ਨੋਟ ਕੀਤਾ ਸੀ, ਉਦੋਂ ਪਾ ਲਿਆ ਸੀ ਗਲਤੀ ਨਾਲ ਹੱਥ, ਤੇ ਉਦੋਂ ਕਾਫੀ 2000 ਦਾ ਨੋਟ ਨਹੀਂ, 1000 ਦਾ ਨੋਟ ਬੰਦ ਕਰਕੇ 2000 ਦਾ ਕੱਢਿਆ ਸੀ ਉਲਟਾ। ਤੇ ਉਹਦੇ ਵਿੱਚ ਜਾ ਕੇ ਫੇਰ ਦੁਬਾਰਾ ਤੋਂ ਹੁਣ ਇਹੀ ਸਭ ਕੁਝ ਦਿਖ ਰਿਹਾ ਕਿ ਉਹੀ ਜਿਹੜੇ ਪਹਿਲਾਂ ਧੰਦੇ ਕਹਿੰਦੇ ਕਾਂਗਰਸੀਆਂ ਦੇ ਸੀਗੇ ਵੱਡੇ ਵੱਡੇ, ਉਹੀ ਧੰਦੇ ਕਹਿੰਦੇ ਹੁਣ ਬੀਜੇਪੀ ਵਾਲਿਆਂ ਦੇ ਨੇ ਵੱਡੇ ਵੱਡੇ। ਤੇ ਹੁਣ ਇਹ ਵੀ ਮੰਨਦੇ ਨੇ ਕਿ ਬਿਨਾਂ ਪੈਸਾ ਜਨਰੇਟ ਕਰੇ ਸਰਕਾਰਾਂ ਨਹੀਂ ਚੱਲ ਸਕਦੀਆਂ, ਇਸ ਵਾਸਤੇ ਭਾਈ ਆਪਣੇ ਧੰਦੇ ਐਸਟੈਬਲਿਸ਼ ਕਰੋ। ਤੇ ਹੁਣ ਧੰਦਾ ਐਸਟੈਬਲਿਸ਼ ਕਰਨ ਨੂੰ ਸਭ ਤੋਂ ਪਹਿਲੀ ਚੀਜ਼ ਕੀ ਚਾਹੀਦੀ ਹੈ? ਜ਼ਮੀਨ ਚਾਹੀਦੀ ਆ, ਠੀਕ ਆ, ਫੈਕਟਰੀਆਂ ਚਾਹੀਦੀਆਂ ਨੇ, ਜ਼ਮੀਨਾਂ ਚਾਹੀਦੀਆਂ ਨੇ। ਹੁਣ ਜ਼ਮੀਨਾਂ ਹੁਣ ਕਿਵੇਂ ਕਹਿ ਦੂਗਾ ਕਿ ਕੋਈ ਬੰਦਾ ਕਿ ਯਾਰ ਅੱਜ ਤੋਂ ਪਹਿਲਾਂ ਮੈਂ ਇੰਨਾ ਖਾਂਦਾ ਸੀਗਾ ਇਹਦੇ ਵਿੱਚ ਤੇ ਹੁਣ ਮੈਂ ਖਾਣਾ ਨਹੀਂ। ਤਾਂ ਜਿਹੜੇ ਹਾਰਡ ਡਿਸੀਜਨ ਸੀਗੇ, ਇੱਕ ਗੋਲ ਗੱਪੇ ਦੀ ਰੇੜੀ ਤੇ ਜਾ ਕੇ ਆ ਮਸ਼ੀਨਾਂ ਲਗਾਉਣੀਆਂ ਬੜਾ ਔਖਾ ਕੰਮ ਸੀਗਾ, ਜਦ ਕਿ ਤਹਿਸੀਲ ਦੇ ਵਿੱਚ ਇਹ ਮਸ਼ੀਨ ਲਗਾਉਣੀ ਬੜੀ ਸੌਖੀ ਸੀਗੀ ਕਿ ਭਾਈ ਕਿਉਂ ਤੁਸੀਂ ਟ੍ਰਾਂਜੈਕਸ਼ਨ ਤੁਸੀਂ 100% ਟ੍ਰਾਂਜੈਕਸ਼ਨ ਕਿਉਂ ਨਹੀਂ ਤੁਸੀਂ ਇਹ ਡਿਜੀਟਲ ਕਰਵਾ ਸਕਦੇ ਜਦੋਂ ਜ਼ਮੀਨਾਂ ਖਰੀਦ ਰਹੇ ਹੋ, ਤੁਸੀਂ ਸਭ ਕੁਝ ਲੈ ਰਹੇ ਹੋ, ਹਨਾ। ਉੱਥੇ ਤਾਂ ਇਹਨਾਂ ਦਾ ਡਿਜੀਟਲ ਚੱਲਿਆ ਨਹੀਂ, ਉੱਥੇ ਨਾ ਚਲਾਉਣਾ ਚਾਹੁੰਦੇ ਨੇ, ਉੱਥੇ ਤਾਂ 2 ਨੰਬਰ 'ਚ ਰੱਖਣਾ ਚਾਹੁੰਦੇ ਨੇ ਸਾਰਾ ਕੁਝ। ਤੇ ਲੋਕਾਂ ਨੂੰ ਇੱਕ ਤਰੀਕੇ ਨਾਲ ਇੱਕ ਝੂਠਾ, ਦੁਨੀਆ ਨੂੰ ਇੱਕ ਝੂਠਾ ਦਿਖਾਉਣਾ ਚਾਹੁੰਦੇ ਨੇ, ਸਾਡੇ ਤਾਂ ਗੋਲ ਗੱਪੇ ਵਾਲੇ ਵੀ ਡਿਜੀਟਲ ਟ੍ਰਾਂਜੈਕਸ਼ਨਾਂ ਕਰ ਰਹੇ ਨੇ। ਤੇ ਮਤਲਬ ਕੁਝ ਲੈਵਲ ਤੱਕ ਅੰਡਰ ਦਾ ਕਾਰਪੇਟ ਜਿਹਨੂੰ ਕਹਿੰਦਾ ਕਿ ਕਾਰਪੇਟ ਦੇ ਅੰਦਰ ਪਾਤੀਆਂ ਵੱਡੀਆਂ ਚੀਜ਼ਾਂ, ਤੇ ਇਹ ਇੱਕ ਲੋਕਾਂ ਨੂੰ ਫੀਲਿੰਗ ਲੈ ਕੇ ਆਉਣ ਵਾਸਤੇ, ਕਿਉਂਕਿ ਇਹ ਬਹੁਤ ਸਾਰੇ ਲੋਕਾਂ ਨੂੰ ਟੱਚ ਕਰਦਾ ਹੈ ਬੇਸ ਲੈਵਲ ਤੇ ਆ ਕੇ। ਇਹ ਜਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਛੋਟੀਆਂ ਛੋਟੀਆਂ, ਇਹ ਉਹਨਾਂ ਨੂੰ ਫੀਲ ਕਰਾਉਣ ਵਾਸਤੇ ਇੱਕ ਫੀਲਿੰਗ ਦਿੱਤੀ ਗਈ ਹੈ ਬੇਸਿਕਲੀ, ਹੈ ਨਾ। ਤੂੰ ਇਹ ਕਹਿ ਰਿਹਾ ਇੱਕ ਹੁਣ ਮੈਂ ਤੁਹਾਨੂੰ ਉਹ ਤਾਂ ਹੈਗਾ ਹੀ ਆ, ਉਹ ਤਾਂ ਦਿਖਦਾ ਹੀ ਆ ਵੀ ਦਿਖਾਵਾ ਜ਼ਿਆਦੇ ਆ, ਵੀ ਦੁਨੀਆ 'ਚ ਦਿਖਾਣਾ ਥੋੜਾ ਜ਼ਿਆਦੇ ਦਿਖਾਵਾ ਜ਼ਿਆਦੇ। ਤੇ ਇੱਕ ਮੈਂ ਤੁਹਾਨੂੰ ਦੱਸਾਂ, ਜਿਹੜੀਆਂ ਗੋਲ ਗੱਪੇ ਦੇ ਗਰਾਊਂਡ ਲੈਵਲ ਤੇ ਕੰਮ ਕਰਦੇ ਜਿਹੜੇ ਗੋਲ ਗੱਪੇ ਰੇਹੜੀ ਵਾਲਿਆਂ ਦੇ ਜਿਹੜੇ ਲੱਗੇ ਨੇ ਨਾ, ਇਹਦੇ ਪਿੱਛੇ ਵੀ ਕਾਰਨ ਕੀ ਆ? ਇਹ ਜਿਹੜਾ ਇੱਕ ਦੇ ਲੱਗਿਆ, ਇਹ ਜਿਹੜਾ ਇੱਕ ਬੜੀ ਮਸ਼ਹੂਰ ਕਿਤਾਬ ਆਈ ਸੀਗੀ ਹੁਣ ਪਿੱਛੇ ਸ਼ਾਰਕ ਟੈਂਕ ਵਾਲੇ ਦੀ, ਕੀ ਨਾਮ ਸੀ ਉਹਦਾ, ਜਿਹੜਾ ਕਾਫੀ ਭਾਰਤ ਪੇ ਦਾ ਮਾਲਕ ਜਿਹੜਾ ਸੀਗਾ, ਜਿਹਨੇ ਭਾਰਤ ਪੇ ਸਟਾਰਟ ਕੀਤਾ ਸੀਗਾ, ਉਹ ਉਹਨੇ ਅਚਾਨਕ ਕੀ ਕੀਤਾ ਨਾ ਕਿ ਫ੍ਰੀ ਆਫ ਕਾਸਟ ਮਸ਼ੀਨਾਂ ਬਣਤੀਆਂ ਸਾਰਿਆਂ ਦੇ, ਕਿ ਅਸੀਂ ਫ੍ਰੀ ਆਫ ਕਾਸਟ ਤੁਹਾਡੇ ਹਰ ਇੱਕ ਰੇੜੀ ਵਾਲੇ ਨੂੰ, ਸਭ ਨੂੰ ਅਸੀਂ ਇਹ ਚੀਜ਼ਾਂ ਦੇਵਾਂਗੇ ਫ੍ਰੀ ਆਫ ਕਾਸਟ, ਬਿਲਕੁਲ ਹੀ ਕੋਈ ਉਹ 'ਚ ਟ੍ਰਾਂਜੈਕਸ਼ਨ 'ਚ ਵੀ ਕੋਈ ਪੈਸਾ ਨਹੀਂ ਲੱਗੂਗਾ। ਜਦੋਂ ਤੁਸੀਂ ਉਹ 'ਚ ਟ੍ਰਾਂਜੈਕਸ਼ਨ ਕਰ ਰਹੇ ਹੋ ਤਾਂ ਕੁਝ ਲਵਾਂਗੇ ਵੀ ਨਹੀਂ। ਸਭ ਨੂੰ ਸਮਝ ਹੀ ਨਹੀਂ ਆਇਆ ਕਿ ਇਹ ਹੋ ਕਿਉਂ ਰਿਹਾ ਹੈ, ਕਿ ਇਹ ਕਰ ਕਿਉਂ ਰਿਹਾ, ਮਤਲਬ ਇਹਨੂੰ ਫਾਇਦਾ, ਹਾਂ ਇਹ ਕਰ ਕਿਉਂ ਰਿਹਾ, ਇਹਨੂੰ ਫਾਇਦਾ ਕੀ ਹੈ ਇਹਦੇ 'ਚ? ਨਾ ਇਹ ਪੈਸੇ ਦੇਣ ਵਾਲੇ ਤੋਂ ਪੇਮੈਂਟ ਲੈ ਰਿਹਾ, ਨਾ ਇਹ ਦੁਕਾਨਦਾਰ ਤੋਂ ਲੈ ਰਿਹਾ, ਕਿਉਂਕਿ ਪਹਿਲਾਂ ਕਾਰਡ ਦੇ ਥਰੂ ਪੇਮੈਂਟ ਹੁੰਦੀ ਸੀ, ਕੱਟੀ ਜਾਂਦੀ ਸੀ ਵਿੱਚੋਂ। ਤਾਂ ਬਾਅਦ ਜਦੋਂ ਉਹਨੇ ਫਿਰ ਆਪਣੀ ਆ ਬੁੱਕ ਦੇ ਵਿੱਚ ਡਿਸਕਲੋਜ਼ ਕੀਤਾ, ਕਹਿੰਦੇ ਅਸੀਂ ਡਾਟਾ ਇਕੱਠਾ ਕੀਤਾ ਸੀ ਇੰਨੇ ਲੋਕਾਂ ਦਾ, ਤੇ ਇਹਨਾਂ ਨੇ ਇੰਨੇ ਲੋਕਾਂ ਦਾ ਡਾਟਾ ਇਕੱਠਾ ਕਰ ਲਿਆ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਸੀ ਉਹਨਾਂ ਦੀ ਟ੍ਰਾਂਜੈਕਸ਼ਨ ਕਿੰਨੀ ਆ, ਤੇ ਉਸ ਦੀ ਟ੍ਰਾਂਜੈਕਸ਼ਨ ਤੇ ਉਹਨਾਂ ਨੂੰ ਲੋਨ ਦਿੱਤੇ ਗਏ। ਫਿਰ ਉਹ ਕਿਉਂਕਿ ਉਹ ਵਿਚਾਰੇ ਬਹੁਤ ਗਰੀਬ ਲੋਕ ਸੀਗੇ, ਤਾਂ ਉਹਨਾਂ ਨੂੰ ਇਸ ਮਸ਼ੀਨ ਦੇ ਨਾਲ 50,000 ਰੁਪਇਆ, 30,000 ਰੁਪਇਆ, 20,000 ਰੁਪਏ ਦਾ ਲੋਨ ਮਿਲਣਾ ਸਟਾਰਟ ਕਰਾਤਾ ਇਹਨੇ। ਤਾਂ ਇਹ ਕੋਈ ਐ ਨਹੀਂ ਸੀਗਾ ਕਿ ਕੋਈ ਡਿਜੀਟਲ ਪਾਈ ਅਸੀਂ ਉਹਦੇ ਵਾਸਤੇ ਕਰ ਰਹੇ ਹਾਂ, ਇੱਕ ਬਣੀਆਂ ਸੀਗਾ, ਬਣੀਆਂ ਦਾ ਨੈਕਸਟ ਲੈਵਲ ਦਾ ਬਣੀਆਂ ਸੀ। ਇਹ ਲੋਨ ਦੇਣ ਵਾਸਤੇ ਉਹਨੇ ਮਸ਼ੀਨਾਂ ਵੰਡੀਆਂ ਤਾਂ ਕਿ ਪਤਾ ਲੱਗੇ ਕਿ ਉਹਦੇ ਗੱਲੇ ਤੇ ਕਿੰਨਾ ਪੈਸਾ ਘੁੰਮਦਾ, ਤੇ ਉਸ ਪੈਸੇ ਨੂੰ ਦੇਖ ਕੇ ਅਗਲੇ ਨੇ ਉਹਨਾਂ ਨੂੰ ਹੋਰ ਲੋਨ ਵੰਡਿਆ ਇਹਦੇ ਥਰੂ। ਤਾਂ ਉਹਨੇ ਫਿਰ ਵਿਆਜਾਂ 'ਚ ਪੈਸਾ ਖਾਦਾ ਇਸ ਲੋਕਾਂ ਤੋਂ। ਜਿਹੜਾ ਬੰਦਾ ਕਹਿ ਰਿਹਾ ਨਾ ਮੈਂ 10 ਰੁਪਏ ਦੇ 13 ਰੁਪਏ ਕਰਤੇ ਨੇ, ਉਹ ਫਿਰ ਉਸ ਤੋਂ ਬਾਅਦ ਉਹਨਾਂ ਨੇ ਲੋਨਾਂ 'ਚ ਵੀ ਫਸੇ ਨੇ ਉਹ ਲੋਕ, ਤੇ ਉਹ ਫਿਰ ਵਿਆਜ ਵੀ ਦਿੰਦੇ ਨੇ ਕੰਪਨੀਆਂ ਨੂੰ। ਤਾਂ ਆਪਾਂ ਨੂੰ ਐ ਉੱਪਰੋਂ ਲੱਗਦਾ ਕਿ ਇਹ ਬੜਾ ਜੀ ਆ ਟੈਕਨੋਲੋਜੀ ਹੋ ਰਹੀ ਆ। ਹੁਣ ਇਹੀ ਚੀਜ਼ ਮੇ ਬੀ ਕੈਨੇਡਾ ਦੇਸ਼ ਨਾ ਕਰਨ ਦੇਵੇ ਕਿ ਭਾਈ ਤੁਸੀਂ ਲੋਨ ਪ੍ਰਾਈਵੇਟ ਫਰਮ ਤੋਂ ਕਿਉਂ ਲੈ ਰਹੇ ਹੋ, ਤੁਸੀਂ ਸਰਕਾਰੀ ਫਰਮ ਤੋਂ ਲਓ। ਤਾਂ ਇੰਡੀਆ ਦੇ ਵਿੱਚ ਸਿਸਟਮ ਬਣਾ ਦਿੱਤਾ ਗਿਆ ਕਿ ਪ੍ਰਾਈਵੇਟ ਸਰਕਾਰੀ ਫਰਮ ਦਾ ਲੋਨ ਇੰਨਾ ਟੇਢਾ ਬਿੰਗਾ ਹੈ ਜੀ, ਫਾਈਲ ਲੈ ਕੇ ਉਹ ਆ ਕਰੋ, ਤੇ ਇਧਰ ਸਰਕਾਰ ਜਿਹੜੇ ਪ੍ਰਾਈਵੇਟ ਬੰਦੇ ਨੇ ਇਹ ਡਬਲ ਵਿਆਜ ਦੇ ਉੱਤੇ ਉਹ ਵਿਚਾਰੇ ਗਰੀਬ ਲੋਕਾਂ ਨੂੰ ਲੋਨ ਦਿੰਦੇ ਨੇ, ਕਹਿੰਦੇ ਨੇ ਮਸ਼ੀਨ ਲਵਾ ਲਓ ਜੀ, ਲੋਨ ਚੱਕ ਲਓ, ਤਾਂ ਅਗਲਾ ਵੀ ਲਵਾਈ ਜਾ ਰਿਹਾ। ਤਾਂ ਜਦੋਂ ਤੁਸੀਂ ਸਮਾਰ ਕੇ ਡੈਪਥ ਇੱਕ ਕੇਸ ਨੂੰ ਦੇਖੋਗੇ, ਤੁਸੀਂ ਦੇਖੋਗੇ ਕਿ ਫਿਰ ਵੀ ਕਿਉਂ ਇੰਡੀਆ ਮਾਈਗ੍ਰੇਟ ਹੀ ਕਿਉਂ ਕਰ ਰਿਹਾ। ਤੁਸੀਂ ਪਹਿਲੀ ਗੱਲ ਇਹ ਦੇਖ ਲਓ, ਫਿਰ ਮਾਈਗ੍ਰੇਸ਼ਨ ਜਦੋਂ ਤੁਸੀਂ ਗਰੋ ਕਰੋਗੇ ਤਾਂ ਮਾਈਗ੍ਰੇਸ਼ਨ ਕਦੀ ਨਹੀਂ ਹੋਊਗੀ, ਤੁਹਾਡੇ ਮੁਲਕ 'ਚ ਉਲਟੇ ਲੋਕ ਆਣਗੇ। ਸਿੰਪਲ ਆ, ਜਿੱਥੇ ਮੌਸਮ ਚੰਗਾ ਹੋਊਗਾ ਪਕਸ਼ੀ ਉਧਰ ਨੂੰ ਉੱਡ ਕੇ ਜਾਂਦੇ ਨੇ,
ਮਾਈਗ੍ਰੇਸ਼ਨ ਆਏ ਹੁੰਦੀ ਆ ਕਿ ਅਜੇ ਮੌਸਮ ਕਰੰਸੀ ਸੁਹਾਨੇ ਵੱਲ ਨੂੰ ਜਾਂਦੇ ਬਰਾਬਰ ਹੋਈ, ਬੇਸ ਲੈਵਲ ਦੀ ਜਦੋਂ ਕਰੰਸੀ ਬਰਾਬਰ ਹੋਊਗੀ ਫੇਰ ਨਹੀਂ ਨਹੀਂ ਹੋਊਗਾ। ਬੇਸ ਇਹ ਲੈਵਲ ਕੰਮ ਦੀ ਤਾਂ ਨਾ ਅਜੇ ਤਾਂ ਲਾਈਫ ਲੋਕਾਂ ਨੂੰ ਇਹੀ ਦਿਖ ਰਿਹਾ। ਬੇਸ ਲੈਵਲ ਦੀ ਜਿਹੜੀ ਲਾਈਫ ਐਕਸਪੀਰੀਅੰਸ ਹੈ ਉਹ ਨਹੀਂ ਚੇਂਜ ਹੋਇਆ, ਮਤਲਬ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ। ਪਰ ਤੁਹਾਨੂੰ ਮੀਡੀਆ ਦੇ ਥਰੂ ਕਹਿ ਕੇ ਜਾਂ ਦਿਖਾ ਕੇ ਫੀਲ ਕਰਵਾਇਆ ਜਾ ਰਿਹਾ ਹੈ ਕਿ ਇੰਡੀਆ ਬਹੁਤ ਵਧੀਆ ਬਣ ਗਿਆ, ਵੀ ਇੱਥੇ ਤਾਂ ਆਹ ਕੁਝ ਹੋਣ ਲੱਗ ਗਿਆ, ਇੰਨੇ ਡਿਜੀਟਲੀ ਟਰਾਂਸਫਾਰਮ ਹੋ ਗਿਆ ਇਹ ਕੰਟਰੀ, ਹੈ ਨਾ। ਪਰ ਤੁਹਾਡੀ ਬੇਸਿਕ ਲਾਈਫ ਬਹੁਤ ਜ਼ਿਆਦਾ ਉੱਥੇ ਚੇਂਜ ਨਹੀਂ ਹੋਈ ਹੈਗੀ। ਤੁਹਾਨੂੰ ਸਹੂਲਤਾਂ ਬਹੁਤ ਜ਼ਿਆਦਾ ਜਿਵੇਂ ਵੈਸਟਰਨ ਕੰਟਰੀ 'ਚ ਮਿਲਦੀਆਂ ਨੇ ਉਹ ਸਹੂਲਤਾਂ ਨਹੀਂ ਹੈਗੀ, ਲੈਵਲ ਆਫ ਲਾਈਫ ਨਹੀਂ ਹੈ, ਉਹ ਸਿਕਿਉਰਿਟੀ ਨਹੀਂ ਹੈਗੀ ਤੁਹਾਡੇ ਕੋਲੇ। ਹਾਂ ਮੈਂ ਕੁਝ ਲੈਵਲ ਤੱਕ ਕਨਵਿੰਸ ਹਾਂ ਤੇਰੇ ਤੋਂ ਕਿ ਇਹ ਨਾ ਆਪਾਂ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਆਪਣੀ ਇੰਡੀਆ ਦੀ ਜਿਹੜੀ ਸੋਸਾਇਟੀ ਹੈ ਨਾ, ਅਗੇਨ ਉਹੀ ਗੱਲ ਆ ਜਾਂਦੀ ਹੈ, ਪਿਛਲੇ ਵੀ ਆਪਾਂ ਪੋਡਕਾਸਟ ਡਿਸਕਸ ਕੀਤੀ, ਮੇ ਵੀ ਆਪਾਂ ਇੱਕ ਬਹੁਤ ਇਮੋਸ਼ਨਲ ਲੋਕ ਆ, ਇੰਡੀਆ ਦਾ DNA ਕਾਫੀ ਇਮੋਸ਼ਨਲ ਹੈ, ਉੱਤੋਂ ਸੋਚ ਲੈਂਦਾ ਹੈ। ਸ਼ਮਦੀ ਤੁਹਾਡੇ ਕਹਿਣ ਵਾਂਗੂ ਆਪਾਂ ਕੀਤੀਆਂ ਤਾਂ ਗ੍ਰੈਜੂਏਸ਼ਨਾਂ ਹੋਈਆਂ ਨੇ ਵੱਡੀਆਂ ਹੈ ਨਾ, ਉੱਤੇ ਤੱਕ ਪੜ੍ਹੇ ਹੋਏ ਆ, ਪਰ ਆਹ ਚੀਜ਼ਾਂ ਜਿਹੜੀਆਂ ਮੋਂਜੀ ਤੇਰੇ ਦੱਸੀਆਂ ਵੀ ਕਿਸ ਤਰੀਕੇ ਨਾਲ ਛੁਪੇ ਤਰੀਕੇ ਨਾਲ ਤੁਹਾਡਾ ਸ਼ੋਸ਼ਣ ਹੋ ਜਾਂਦਾ ਹੈ, ਉਹ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ, ਹੈ ਨਾ। ਵੀ ਇਹ ਚੀਜ਼ਾਂ ਆਪਾਂ ਨੂੰ ਸਮਝ ਨਹੀਂ ਆਉਂਦੀਆਂ। ਹੋ ਸਕਦਾ ਹੈ ਵੈਸਟਰਨ ਕੰਟਰੀ ਦੇ ਵਿੱਚ ਵੀ ਸਮਝ ਨਾ ਆਉਂਦੀਆਂ ਹੁਣ ਆਮ ਲੋਕਾਂ ਨੂੰ, ਪਰ ਉੱਥੇ ਦੀ ਸਰਕਾਰ ਨੇ ਬਹੁਤ ਕੰਟਰੋਲ ਕੀਤੀਆਂ ਹੋਈਆਂ ਨੇ। ਮੇ ਬੀ ਉਹਨਾਂ ਨੂੰ ਪਤਾ ਹੈ ਕਿ ਜੇ ਉਹ ਇਹ ਚੀਜ਼ਾਂ ਨੂੰ ਛੁੱਟ ਦੇ ਦੇਣਗੇ ਤਾਂ ਜਿਹੜੇ ਵੀ ਪ੍ਰਾਈਵੇਟ ਕੰਪਨੀਆਂ ਨੇ ਉਹ ਕਿਸ ਲੈਵਲ ਤੇ ਆ ਕੇ ਫਿਰ ਐਕਸਪਲੋਇਟੇਸ਼ਨ ਸ਼ੁਰੂ ਕਰ ਦੇਣਗੀਆਂ, ਤੇ ਇੱਥੇ ਜਿਹੜਾ ਲੈਵਲ ਆਫ ਲਿਵਿੰਗ ਹੈ ਫਿਰ ਉਹ ਬਹੁਤ ਘਟੀਆ ਹੋ ਜਾਏਗਾ। ਇਸ ਕਰਕੇ ਉਹਨਾਂ ਦੀ ਇਮੀਗ੍ਰੇਸ਼ਨ ਬੰਦ ਹੋ ਜਾਏਗੀ ਤੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਕੰਟਰੀਜ਼ ਨੂੰ। ਤਾਂ ਉਹ ਲੌਂਗ ਟਰਮ ਦੇ ਬੇਸਿਸ ਤੇ ਸੋਚਦੀਆਂ ਨੇ ਇੱਧਰਲੀ ਕੰਟਰੀਜ਼ ਨੇ ਜਿਹੜੀਆਂ, ਜਦਕਿ ਇੰਡੀਆ ਹੈ ਉਹਨਾਂ ਨੂੰ ਸਿਰਫ ਅੱਜ ਦੀਆਂ ਵੋਟਾਂ ਚਾਹੀਦੀਆਂ ਨੇ, ਉਹਨਾਂ ਨੂੰ ਅੱਜ ਦੀ ਚੀਜ਼ ਫਟਾਫਟ ਚਾਹੀਦੀ ਹੈ, ਤਾਂ ਉਹ ਇਹ ਚੀਜ਼ਾਂ ਨੂੰ ਅਲਾਉ ਕਰ ਦਿੰਦੇ ਨੇ। ਤੇ ਨਾਲੇ ਜਿਵੇਂ ਆ ਕਰਪਸ਼ਨ ਵਿਚਲੀ ਮੋਂਜਿਤ ਨੇ ਕਹੀ ਕਿ ਲੈਂਡ ਟਰਾਂਸਫਰ ਜਿਹੜੀ ਵੱਡੀਆਂ ਚੀਜ਼ਾਂ ਸੀਗੀਆਂ ਜਿੱਥੇ ਕਿ ਡਿਜੀਟਲ ਟਰਾਂਸਫਰਮੇਸ਼ਨ ਐਕਚੁਅਲੀ 'ਚ ਇੰਪਲੀਮੈਂਟ ਕਰਕੇ ਤੁਸੀਂ ਕਰਪਸ਼ਨ ਖਤਮ ਕਰ ਸਕਦੇ ਹੋ, ਉੱਥੇ ਉਹ ਹਜੇ ਤੱਕ ਇੰਪਲੀਮੈਂਟ ਨਹੀਂ ਕੀਤੀਆਂ ਗਈਆਂ। ਪਰ ਹੋ ਸਕਦਾ ਮੋਦੀ ਦਾ ਇਰਾਦਾ ਹੋਵੇ ਕਿ ਆਉਣ ਵਾਲੇ ਟਾਈਮ 'ਚ ਇੰਪਲੀਮੈਂਟ ਉੱਥੇ ਵੀ ਕਰੇ, ਕਿਉਂਕਿ ਮੋਦੀ ਐਂਟੀ ਕਰਪਸ਼ਨ ਤਾਂ ਹੈ, ਪਰ ਉਹ ਨਾ ਦੋ ਧਾਰੀ ਤਲਵਾਰ ਜਿਹਨੂੰ ਕਹਿੰਦੇ ਨੇ, ਵੀ ਉਹਨਾਂ ਨੇ ਆਪਣੀ ਗੌਰਮੈਂਟ ਨੂੰ ਬਚਾਏ ਰੱਖਣ ਵਾਸਤੇ ਪੈਸਾ ਚਾਹੀਦਾ ਵੀ ਹੈ ਤੇ ਦੂਜਿਆਂ ਦਾ ਪੈਸਾ ਉਹਨਾਂ ਨੇ ਕਰਪਸ਼ਨ ਜਿਹੜੀ ਹੈਗੀ ਦੂਜੇ ਦੀ ਕਰਪਸ਼ਨ ਦਾ ਖਤਮ ਕਰਨੀ ਹੈ, ਆਪਣੀ ਕਰਪਸ਼ਨ ਪਤਾ ਨਹੀਂ ਉਹ ਆਪਣੇ ਕਿਸ ਤਰੀਕੇ ਨਾਲ ਖਤਮ ਕਰਨਗੇ ਆਉਣ ਵਾਲੇ ਟਾਈਮ 'ਚ। ਥੋੜਾ ਦਿਖਾਵਾ ਟਾਈਪ ਵੀ ਆ, ਦਿਖਾਵਾ ਵੀ ਕਾਫੀ ਕਰਨਾ। ਮੇਨ ਕੀ ਹੁੰਦਾ ਨਾ, ਦੇਖੋ ਤੁਸੀਂ ਪੈਸੇ ਦੇ ਸਿਰ ਤੇ ਇਲੈਕਸ਼ਨ ਜਿੱਤ ਰਹੇ ਹੋ, ਸਿੰਪਲ ਆ। ਮੀਡੀਆ ਚੈਨਲਾਂ ਨੂੰ ਬਹੁਤ ਜ਼ਿਆਦਾ ਪੈਸਾ ਪ੍ਰਚਾਰ ਕੀਤਾ ਜਾਂਦਾ, ਬੋਰਡ ਲੱਗਦੇ ਨੇ ਸੜਕਾਂ ਦੇ ਉੱਤੇ, ਟੀਵੀਆਂ ਦੇ ਉੱਤੇ ਚੱਲਦਾ, YouTube ਦੇ ਉੱਤੇ ਵੀ ਆਉਣ ਲੱਗੀ ਐਡ। ਕੱਲ YouTube ਤੇ ਵੀ ਆ ਰਹੀ ਸੀ, ਮੈਂ ਦੇਖਿਆ ਇੰਡੀਅਨ ਗਵਰਨਮੈਂਟ ਦੀ ਐਡ ਆ ਰਹੀ ਹੈ YouTube ਦੇ ਉੱਤੇ ਹੈ। ਤੇ ਜਦੋਂ ਤੁਸੀਂ ਪੈਸੇ ਦੇ ਸਿਰ ਤੇ ਹੀ ਚੱਲ ਰਹੇ ਹੋ ਤਾਂ ਪੈਸੇ ਤੋਂ ਬਿਨਾਂ ਕਿਵੇਂ ਚੱਲ ਸਕੋਗੇ? ਤੇ ਇਸ ਦੀ ਕਰਪਸ਼ਨ ਆ ਸਾਰੀ। ਹੁਣ ਜਿਵੇਂ ਹੀ ਤੁਸੀਂ ਜਿਹੜਾ ਕ੍ਰਿਸਮੈਟਿਕ ਲੀਡਰ ਹੋਊਗਾ ਉਹ ਤਾਂ ਬਿਯੋਂਡ ਮਨੀ ਜਾਣਾ ਚਾਹੀਦਾ ਉਹਨੂੰ, ਤੇ ਪਰ ਹੁਣ ਸਕੇਲ ਕੰਟਰੀ ਦਾ ਇੰਨਾ ਤੁਸੀਂ ਪੈਸੇ ਤੋਂ ਬਿਨਾ ਉਸ ਸਕੇਲ ਤੱਕ ਲੋਕਾਂ ਤੱਕ ਪਹੁੰਚ ਹੀ ਨਹੀਂ ਕਰ ਪਾ ਰਹੇ ਹੋ। ਤਾਂ ਹੁਣ ਕੰਟਰੀ ਉਹ ਲੋਕਾਂ ਦੇ ਗ੍ਰਿਪ ਚ ਆ ਚੁੱਕਿਆ ਜਿਹੜੇ ਲੋਕਾਂ ਨੂੰ ਸਕੇਲ ਕਰਵਾ ਸਕਦੇ ਨੇ। ਤਾਂ ਸਕੇਲ ਕਿਹਦੇ ਕੋਲ ਹੁੰਦਾ? ਇਨਵੈਸਟਰ ਕੋਲ ਹੁੰਦਾ। ਤਾਂ ਇਨਵੈਸਟਰ ਜਿੱਥੇ ਇਨਵੈਸਟਰ ਨੂੰ ਕੋਈ ਰੌਲਾ ਨਹੀਂ ਹੈਗਾ ਕਿ ਭਾਈ ਮੈਂ ਗੋਲ ਗੱਪੇ, ਇਹ ਤਾਂ ਇਨਵੈਸਟਰ ਨੂੰ ਪ੍ਰੋਬਲਮ ਹੈਗੀ ਕਿ ਮੇਰੀ ਜ਼ਮੀਨ ਜਦੋਂ ਮੈਂ ਖਰੀਦਣੀ ਆ ਨਾ ਤਾਂ ਉਦੋਂ ਤੂੰ ਮੇਰੇ ਚੂਚਾ ਨਹੀਂ ਕਰਨ ਦੇਣੇ ਸਰਕਾਰ ਨੂੰ। ਤਾਂ ਉਹ ਲੋਕ ਨੇ ਜਿਹੜੇ ਇਨਵੈਸਟਰਾਂ ਦੇ ਹੱਥ 'ਚ ਪਹਿਲਾਂ ਸੀਗੀ, ਇਨਵੈਸਟਰਾਂ ਦੇ ਹੱਥ 'ਚ ਅੱਜ ਆ। ਬਸ ਇਹ ਹੈਗਾ ਕਿ ਹੁਣ ਥੋੜਾ ਪੋਚਾ ਜਿਹਾ ਵੱਜ ਕੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕੀ ਚੱਲ ਰਿਹਾ ਬੈਕ ਐਂਡ ਦੇ ਵਿੱਚ। ਤੇ ਇਦਾਂ ਦਾ ਕੋਈ ਕ੍ਰਿਸਮੈਟਿਕ ਲੀਡਰ ਤੈਨੂੰ ਦਿਖਦਾ ਹੈ ਵੈਸੇ? ਕਿ ਮੈਨੂੰ ਤਾਂ ਕਿਸੇ ਪਾਸੇ ਇਧਰ ਤੁਸੀਂ ਕਾਂਗਰਸ ਨਾਲ ਹੋ, ਦੇਖੋ ਇਹ ਲੀਡਰ ਕਦੀ ਨਹੀਂ ਹੋ ਸਕਦਾ ਇਸ ਟਾਈਪ ਦਾ ਕ੍ਰਿਸਮੈਟਿਕ, ਕਿਉਂਕਿ ਇਹ ਸਕੇਲ ਦੀ ਪ੍ਰੋਬਲਮ ਆ। ਜਦੋਂ ਤੱਕ ਕੰਟਰੀ ਦਾ ਕਨਸਟੀਟਿਊਸ਼ਨ ਲੈਵਲ ਤੇ ਨਾ ਫੈਡਰਲ ਸਟਰਕਚਰ ਨਹੀਂ ਕੰਮ ਕਰਨ ਲੱਗੂਗਾ। ਇਨਫੈਕਟ ਫੈਡਰਲ ਸਟਰਕਚਰ ਕਾਫੀ ਬੁਰਾ ਹਾਲ ਹੋ ਚੁੱਕਿਆ ਇੰਡੀਆ ਦਾ। ਸਟੇਟਸ ਕੋਲੋਂ ਪਾਵਰਾਂ ਲਈ ਜਾ ਰਹੇ ਨੇ ਵਾਪਸ, ਹੌਲੀ ਹੌਲੀ ਸੈਂਟਰ ਪਾਵਰਫੁਲ ਬਣੀ ਜਾ ਰਿਹਾ। ਸੈਂਟਰ 'ਚ ਵੀ ਕੀ ਕੈਬਨਿਟ ਵੀ ਨਹੀਂ ਹੈਗਾ, 2-3 ਬੰਦੇ ਪੂਰਾ ਕੰਟਰੀ ਨੂੰ ਰਨ ਕਰ ਰਹੇ ਨੇ, ਪੂਰਾ ਡਿਕਟੇਟਰ ਸਿਸਟਮ ਬਣ ਰਿਹਾ। ਹੋਣਾ ਕੀ ਚਾਹੀਦਾ ਸੀਗਾ ਕਿ ਪਾਵਰ ਸਾਰੀ ਲੋਕਲ ਗਵਰਨਮੈਂਟ, ਲੋਕਲ ਲੋਕਾਂ ਦੇ ਹੱਥਾਂ 'ਚ ਜ਼ਿਆਦਾ ਆਉਣੀ ਚਾਹੀਦੀ ਹੈ ਥੱਲੇ, ਤਾਂ ਕਿ ਉੱਥੇ ਫਿਰ ਨਾ ਤੁਹਾਨੂੰ ਸਕੇਲ ਦੀ ਲੋੜ ਨਹੀਂ ਪੈਂਦੀ। ਹੁਣ ਉੱਥੇ ਤੁਹਾਡੀ ਗੱਲਬਾਤ, ਤੁਹਾਡੇ ਕੋਲ ਟਾਈਮ ਹੁੰਦਾ, ਤੁਸੀਂ ਗੱਲਬਾਤ ਨਾਲ ਵੀ ਲੋਕਾਂ ਨੂੰ ਕਨਵਿੰਸ ਕਰ ਸਕਦੇ ਹੋ। ਜੋ ਮੁਹੱਲੇ ਦਾ ਕੁਝ ਕੰਮ ਆਗਾ ਤੁਹਾਨੂੰ ਗੱਲਬਾਤ ਨਾਲ ਕਨਵਿੰਸ ਕਰਨਾ ਪਊਗਾ। ਤੁਸੀਂ ਪੋਸਟਰ ਲਗਾ ਕੇ ਨਹੀਂ ਕਹਿ ਸਕਦੇ ਕਿ ਮੈਂ ਮੁਹੱਲੇ ਦੇ ਵਿੱਚ ਐਂ ਕਰਨਾ। ਤੁਹਾਨੂੰ 100 ਬੰਦਾ ਕੁਐਸਚਨ ਵੀ ਪੁੱਟ ਕਰੂਗਾ ਉੱਥੇ ਮੁਹੱਲੇ ਦੇ ਵਿੱਚ ਕਿ ਹਾਂ ਕਿਉਂ ਕਰਨਾ, ਨਹੀਂ ਕਰਨਾ, ਹਨਾ। ਤੇ ਇਹ ਹੁੰਦਾ ਪ੍ਰੋਬਲਮ ਆ। ਇਹ ਇਹਨਾਂ ਨੂੰ ਪਸੰਦ ਨਹੀਂ ਹੈਗਾ ਕਿਉਂਕਿ ਇਹਦੇ ਦੇ ਵਿੱਚ ਫਿਰ ਲੌਜਿਕ ਆ ਜਾਂਦਾ
ਤੇ ਇਹ ਲੋਕ ਲੌਜੀਕ ਨਹੀਂ ਬਿਲਕੁਲ ਪਸੰਦ ਕਰਦੇ, ਸਪੈਸ਼ਲੀ ਇਨਵੈਸਟਰਸ ਨੂੰ ਤਾਂ ਲੌਜੀਕ ਵੈਸੇ ਹੀ ਨਹੀਂ ਪਸੰਦ। ਇਨਵੈਸਟਰ ਕਹਿੰਦਾ ਯਾਰ ਮੈਂ ਤਾਂ ਕਿਤੇ ਦੂਰ ਬੈਠਾ, ਧੂਆਂ ਕਿਤੇ ਹੋਰ ਹੋਊਗਾ, ਹੁਣ ਲੌਜੀਕ ਦੇ ਵਿੱਚ ਉਹਦੇ ਕੋਲ ਜਵਾਬ ਹੀ ਨਹੀਂ ਹੈਗਾ। ਜਦੋਂ ਬੰਦਾ ਕਹੂਗਾ ਯਾਰ ਇਹਦਾ ਧੂਆਂ ਹੁੰਦਾ, ਇਹਦਾ ਹੈਲਥ ਦੇ ਇੰਪੈਕਟ ਆ, ਉਹ ਅਗਲਾ ਕਹਿੰਦਾ ਯਾਰ ਮੈਨੂੰ ਕੀ ਲੈਣ ਦੇਣਾ, ਮੈਂ ਤਾਂ ਬੰਬੇ ਦੇ ਫਲਾਣੇ ਜਗ੍ਹਾ ਬੈਠਾ, ਠੀਕ ਹੈ ਨਾ, ਧੂਆਂ ਹੋ ਜਾਵੇ ਸਾਲਾ ਬਿਹਾਰ ਬਿਹੂਰ ਕਿਸੇ ਪਾਸੇ ਹੋ ਜਾਵੇ ਖੂੰਜੇ 'ਚ, ਮੈਂ ਉਹਨੂੰ ਲੌਜੀਕਲੀ ਉਹਦੇ ਕੋਲ ਜਵਾਬ ਨਹੀਂ ਹੈਗਾ। ਤਾਂ ਇਹ ਜਦੋਂ ਤੱਕ ਫੈਡਰਲ ਸਟਰਕਚਰ ਨਹੀਂ ਆਂਦਾ, ਲੋਕਾਂ ਦੇ ਲੋਕਲ ਜਿਹੜੇ ਬਿਲਕੁਲ ਥੱਲੇ ਵਾਲਿਆਂ ਦੇ ਹੱਥ 'ਚ ਪਾਵਰ ਨਹੀਂ ਆਂਦੀ, ਉਦੋਂ ਤੱਕ ਇਹ ਕੋਈ ਕ੍ਰਿਸ਼ਮੈਟਿਕ ਲੀਡਰ ਕੰਮ ਵੀ ਨਹੀਂ ਕਰ ਸਕਦਾ। ਬਹੁਤ ਕੁਝ ਚੇਂਜ ਹੋਣ ਵਾਲਾ ਬਾਕੀ ਹੈ ਫਿਰ ਤਾਂ ਹਜੇ। ਹਾਂ, ਤੇ ਇਹ ਬਿਲਕੁਲ ਰਿਵਰਸ ਡਾਇਰੈਕਸ਼ਨ ਵਧੀਆ ਹੋ ਗਿਆ, ਅੱਜ ਲੰਬੀ ਹੋ ਗਈ ਆਪਣੀ। ਹਾਂ, ਲੰਬੀ ਹੋ ਗਈ, ਪਰ ਮੁੱਦਾ ਵੀ ਥੋੜਾ ਸੈਂਸਿਟਿਵ ਹੈਗਾ ਡਿਸਕਸ ਕਰਨ ਵਾਲਾ। ਤੇ ਹਾਂ, ਕੁਝ ਹੱਦ ਤੱਕ ਮੋਂਜੀ ਤੂੰ ਕਨਵਿੰਸ ਕੀਤਾ ਹੈ, ਮਤਲਬ ਮੈਂ ਤਾਂ ਕਨਵਿੰਸ ਹੋਈ ਹਾਂ ਥੋੜੀ ਜਿਹੀ ਇਸ ਚੀਜ਼ ਨੂੰ ਲੈ ਕੇ ਕਿ ਆਪਾਂ ਉੱਤੋਂ ਚੀਜ਼ਾਂ ਨੂੰ ਦੇਖ ਲੈਂਦੇ ਹਾਂ, ਉਹ 'ਚ ਆਪਣੇ ਵਰਗੇ ਲੋਕ ਵੀ ਝਾਂਸੇ 'ਚ ਆ ਜਾਂਦੇ ਨੇ, ਪਰ ਜਿਹੜੀਆਂ ਡੀਪ ਚੀਜ਼ਾਂ ਨੇ, ਜਿਹੜੀਆਂ ਐਕਚੁਅਲ ਚੇਂਜ ਹੋਣੀਆਂ ਚਾਹੀਦੀਆਂ ਨੇ, ਉਹ ਹਲੇ ਵੀ ਉਸ ਡਾਇਰੈਕਸ਼ਨ ਦੇ ਵਿੱਚ ਨਹੀਂ ਚੱਲਣ ਲੱਗੀਆਂ ਹੈਗੀਆਂ। ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਕੋਈ ਐਦਾਂ ਦਾ ਮਾਂ ਦਾ ਪੁੱਤ ਕ੍ਰਿਸਮੈਟਿਕ ਲੀਡਰ ਆਊਗਾ ਕਿ ਜਿਹੜਾ ਹੌਲੀ ਹੌਲੀ ਆਪਣੀ ਬੇਸਿਕ ਲੈਵਲ ਜਿਹੜੀ ਥਿੰਕਿੰਗ ਦਾ ਹੈਗਾ ਨਹੀਂ, ਮੈਂ ਇੱਥੇ ਫੇਰ ਰੋਕੂੰਗਾ। ਤੁਸੀਂ ਆਪਣੀ ਪ੍ਰੋਬਲਮ ਹੀ ਹੈ ਕਿ ਅਸੀਂ ਹਮੇਸ਼ਾ ਥਰਡ ਪਾਰਟੀ ਵੱਲ ਝਾਕਦੇ ਹਾਂ ਕਿ ਰੱਬ ਆਊਗਾ ਬਚਾਊਗਾ, ਕ੍ਰਿਸਮੈਟਿਕ ਲੀਡਰ ਆਊਗਾ ਬਚਾਊਗਾ, ਬਾਬਾ ਨਾਨਕ ਆਊਗਾ ਬਚਾਊਗਾ, ਸ਼੍ਰੀ ਰਾਮ ਜੀ ਆ ਜਾਣਗੇ ਬਚਾਊਗਾ। ਇਹ ਜਦੋਂ ਤੱਕ ਇੱਕ ਇੰਡੀਵਿਜੂਅਲ ਆਪਣੇ ਤੇ ਕੰਮ ਨਹੀਂ ਕਰਨਾ ਸ਼ੁਰੂ ਕਰਦਾ, ਆਪਣੇ ਆਪ ਤੇ ਕੰਮ ਨਹੀਂ ਸ਼ੁਰੂ ਕਰਦਾ, ਠੀਕ ਹੈ ਨਾ, ਉਦੋਂ ਤੱਕ ਕੋਈ ਬਦਲਾਵ ਨਹੀਂ ਆਊਗਾ। ਸਟਾਰਟ ਹੋਊਗਾ ਪਹਿਲਾਂ ਤੁਹਾਡੀ ਬੋਡੀ ਤੋਂ ਸ਼ੁਰੂ ਹੋਊਗਾ, ਬੋਡੀ ਤੋਂ ਮਾਈਂਡ ਤੋਂ ਫਿਰ ਤੁਹਾਡਾ ਸਮਾਜ ਬਦਲੂਗਾ। ਤੁਸੀਂ ਐ ਨਾ ਐਕਸਪੈਕਟ ਕਰੋਗੇ ਕੋਈ ਆਊਗਾ ਅਸੀਂ ਤਾਂ ਭਾਈ ਐਂ ਬੈਠੇ ਲਾਂਗੇ, ਲਾਚਾਰ ਕੋਈ ਆਊਗਾ ਤਾਂ ਕੁਝ ਕਰੂਗਾ। ਇਹ ਸੋਚ ਇੰਡੀਆ ਚੈਰਿਟੀ ਬਿਗਿਨਸ ਐਟ ਹੋਮ, ਚੈਰਿਟੀ ਬਿਗਿਨਸ ਐਟ ਹੋਮ। ਤਾਂ ਆਪਾਂ ਨੂੰ ਆਪਣੀ ਸੋਚ ਹੀ ਪਹਿਲਾਂ ਬਦਲਣੀ ਚਾਹੀਦੀ ਹੈ, ਫਿਰ ਆਪਣੇ ਬੱਚਿਆਂ ਨੂੰ ਥੋੜਾ ਇੰਪੈਕਟ ਕਰਨਾ ਚਾਹੀਦਾ, ਗਾਹਾਂ ਦੀ ਗਾਹਾਂ ਉਸ ਤਰੀਕੇ ਨਾਲ ਮਲਟੀਪਲਾਈ ਹੋਊਗਾ। ਹੋਪਫੁਲੀ ਲੈਟਸ ਸੀ ਕਿ ਕਿੱਥੇ ਜਾਂਦਾ ਇੰਡੀਆ। ਹਜੇ ਕੁਝ ਸਾਲਾਂ ਤੱਕ ਤਾਂ ਹੈਗੇ ਆਪਾਂ, ਲੈਟਸ ਸੀ, ਫਿਰ ਡਿਸਕਸ ਕਰਾਂਗੇ ਦੁਬਾਰਾ। ਠੀਕ ਹੈ ਜੀ, ਚਲੋ ਜੀ, ਓਕੇ ਜੀ, ਗੁੱਡ ਨਾਈਟ।